सब अपना अपना बाइबल ओपन करिए। सब अपना अपना बाइबल ओपन करिए। ठीक है, कंफर्टेबल है सारे? जब मैं बह के करा था तो गुस्सा गिला था नहीं? बह के कलाम कर लवा। चलो सब बी सीरियस भाई, गल्लां नहीं करदियां। खुदा दी हजूरी है। ਜਦੋਂ मैं आखिरी दुआ करांगा फिर तुसीं गल्लां करनियां, हुण नहीं। हुण वचन का टाइम है, बड़ा आदरयोग समय है। सब अपना अपना बाइबल ओपन करिए जी। ਅਸੀਂ वचन सुनते सुनते नवे साल ਦੇ ਵਿੱਚ ਐਂਟਰ ਕਰਨਾ ਹੈ। ਸਮਾਂ ਬਹੁਤ ਥੋੜਾ ਰਹਿ ਗਿਆ। ਜਦੋਂ ਤੁਸੀਂ ਮੇਰੇ ਨਾਲ ਫਿਲੀਪੀਆਂ ਦਾ ਪੁਸਤਕ ਖੋਲਣਾ ਆ, ਉਹਦਾ 3 ਨੰਬਰ ਅਧਿਆਇ ਖੋਲਣਾ ਆ, ਔਰ ਉਹਦਾ 13 ਨੰਬਰ ਔਰ 14 ਨੰਬਰ ਪੰਕਤੀ ਦੇ ਵਿੱਚ ਐਦਾਂ ਲਿਖ ਦਿੱਤਾ ਗਿਆ ਬਾਈਬਲ ਦੇ ਵਿੱਚ। ਮੈਂ ਕੁਝ ਨਵੇਂ ਸਾਲ ਨੂੰ ਲੈ ਕੇ ਕੁਝ ਵਚਨ ਤੁਹਾਡੇ ਨਾਲ ਸਾਂਝਾ ਕਰਨਾ ਆ, ਕਿਉਂਕਿ ਹੁਣ 2021 ਬਸ ਚੰਦ ਮਿੰਟਾਂ ਦੇ ਵਿੱਚ ਖਤਮ ਹੋਣ ਵਾਲਾ। ਔਰ 2022 ਜਿਹੜਾ ਸਾਲ ਆ, ਖੁਦਾਬੰਦ ਸਾਡੀ ਜ਼ਿੰਦਗੀ 'ਚ ਬਖਸ਼ਣ ਵਾਲਾ ਆ। ਔਰ ਪਰਮੇਸ਼ਵਰ ਦੀ ਬਹੁਤ ਵੱਡੀ ਦਇਆ ਆ। ਕਈ ਲੋਕ ਤਾਂ ਕਬਰਾਂ ਦੇ ਵਿੱਚ ਚਲੇ ਗਏ, ਉਹਨਾਂ ਨੇ ਮੂੰਹੋਂ 2022 ਬੋਲਿਆ ਵੀ ਨਹੀਂ ਆ, ਪਰ ਖੁਦਾਬੰਦ ਦਾ ਬਹੁਤ ਧੰਨਵਾਦ ਹੈ, ਤੁਸੀਂ ਤੇ ਮੈਂ ਜ਼ਿੰਦਾ ਜ਼ਮੀਨ ਤੇ ਆ ਔਰ ਆਪਣੇ ਮੂੰਹ ਤੋਂ 2022 ਨੂੰ ਬੋਲਦੇ ਪਏ ਆ ਔਰ ਇਹਦੇ ਵਿੱਚ ਖੁਦਾ ਦਾ ਸ਼ੁਕਰ ਅਦਾ ਕਰਦੇ ਪਏ ਆ। ਪਰਮੇਸ਼ਵਰ ਦਾ ਬਹੁਤ ਧੰਨਵਾਦ ਆ ਕਿ ਅਗਰ ਤੁਸੀਂ ਪੌਲੁਸ ਦੀ ਜ਼ਿੰਦਗੀ ਦੇ ਵੱਲ ਦੇਖੋ, ਪੌਲੁਸ ਨੇ ਬਹੁਤ ਕੰਮ ਕੀਤੇ। ਖੁਦਾਬੰਦ ਦੇ ਬਹੁਤ ਅਭਿਸ਼ੇਕ ਉਹਦੇ ਉੱਪਰ ਸੀਗਾ, ਬਹੁਤ ਖੁਦਾਬੰਦ ਦਾ ਬਲੈਸ ਕੀਤਾ ਹੋਇਆ ਬੰਦਾ ਸੀਗਾ। ਗੈਰ ਜਾਤੀਆਂ ਦੇ ਵਿੱਚ ਕਲਾਮ ਨੂੰ ਲੈ ਕੇ ਜਾਣ ਦੇ ਲਈ, ਖੁਦਾਬੰਦ ਦੇ ਕੰਮਾਂ ਨੂੰ ਲੈ ਕੇ ਜਾਣ ਦੇ ਲਈ। ਫਿਰ ਵੀ ਉਹ ਇੱਥੇ ਕੀ ਗੱਲ ਕਹਿੰਦਾ ਆ, ਕਹਿੰਦਾ ਮੈਂ ਇਹ ਗੱਲ ਨੂੰ ਸਹੀ ਨਹੀਂ ਸਮਝਦਾ ਜਾਂ ਹਲੇ ਇਸ ਗੱਲ ਨੂੰ ਮੈਂ ਸ਼ੋਰਿਟੀ ਨਹੀਂ ਕਰਦਾ। ਮੈਨੂੰ ਏਦਾਂ ਲੱਗਦਾ ਕਿ ਮੈਂ ਹਲੇ ਹੱਥ ਹੀ ਪਾਇਆ ਆ, ਹਲੇ ਸਵਰਗ ਨੂੰ, ਹਲੇ ਮੈਂ ਯਿਸੂ ਮਸੀਹ ਨੂੰ ਹੱਥ ਹੀ ਪਾਇਆ ਆ। ਕਹਿੰਦਾ ਹਲੇ ਤੁਹਾਨੂੰ ਲੱਗਦਾ ਕਿ ਮੈਂ ਬਹੁਤ ਅੱਗੇ ਤੱਕ ਚਲਾ ਗਿਆ? ਨਹੀਂ, ਕਹਿੰਦਾ ਹੁਣ ਅਗਾਹਾਂ ਦੀਆਂ ਗੱਲਾਂ ਦੇ ਵੱਲ ਵੀ ਧਿਆਨ ਦੇਣਾ ਆ ਮੈਂ। ਹਲੇ ਇਹ ਨਹੀਂ ਆ ਕਿ ਹੁਣ ਜੇ ਅਸੀਂ ਪ੍ਰਭੂ ਦੇ ਵਿੱਚ ਆ ਗਏ ਤਾਂ ਚਲੋ ਜੀ ਸਵਰਗ ਸਾਡਾ ਹੀ ਆ। ਜ਼ਿੰਦਗੀ ਦੇ ਵਿੱਚ ਬਹੁਤ ਉਤਾਰ ਚੜਾਵ ਆਣੇ ਆ। ਤੁਸੀਂ ਅੱਜ ਬੰਦਗੀ ਦੇ ਵਿੱਚੋਂ ਉੱਠ ਕੇ ਆਮੀਨ ਕਰਕੇ ਜਾਓ, ਪਤਾ ਨਹੀਂ ਅੱਗੇ ਸਿਚੁਏਸ਼ਨ ਕਿੱਦਾਂ ਦੀ ਆ ਜਾਣੀ ਆ, ਕਿਹੜੀ ਚਾਲ ਸ਼ੈਤਾਨ ਨੇ ਚੱਲ ਲੈਣੀ ਆ ਕਿ ਜਿਹੜੀ ਤੁਹਾਡੀ ਸ਼ਾਂਤੀ ਭੰਗ ਕਰ ਦੇ। ਜੋ ਤੁਸੀਂ ਮਸਾ ਹਾਸਲ ਕੀਤਾ ਉਹ ਮਸਾ ਨੂੰ ਖੋਹ ਲਵੇ ਤੁਹਾਡੇ ਕੋਲੋਂ। ਬਾਈਬਲ ਕਹਿੰਦਾ ਸ਼ੈਤਾਨ ਆਇਆ ਹੀ ਘਾਤ ਕਰਨ ਦੇ ਲਈ, ਤੇ ਹੋਰ ਕੀ ਕਰਨ ਦੇ ਲਈ? ਕੀ ਕਰਨ ਦੇ ਲਈ? ਚੋਰੀ ਕਰਨ ਦੇ ਲਈ, ਚੁਰਾਉਣ ਦੇ ਲਈ ਆਇਆ। ਘਾਤ ਕਰਨ ਦੇ ਲਈ ਤੇ ਚੁਰਾਉਣ ਦੇ ਲਈ ਆਇਆ ਆ। ਅਸੀਂ ਜੋ ਬੀਜ ਤੁਹਾਡੀ ਜ਼ਿੰਦਗੀਆਂ ਦੇ ਵਿੱਚ ਡਿੱਗਦਾ ਪਿਆ ਆ, ਇਹਦੀ ਅਸੀਂ ਰਾਖੀ ਕਰਨੀ ਆ। ਜਦੋਂ ਖੇਤ ਦੇ ਵਿੱਚ ਬੀਜ ਬੋਇਆ ਜਾਂਦਾ ਉਹ ਡਰੋਣਾ ਲਗਾ ਦਿੰਦਾ ਆ। ਕੌਣ ਲਾਉਂਦਾ? ਕਿਸਾਨ ਲਗਾ ਦਿੰਦਾ ਆ, ਤਾਂ ਜੋ ਜਿਹੜੇ ਪੰਛੀ ਆ ਉਹ ਬੀਜ ਨੂੰ ਚੁੱਗ ਕੇ ਨਾ ਲੈ ਜਾਣ। ਇਸੇ ਰੀਤੀ ਦੇ ਨਾਲ ਜਿਹੜਾ ਬਚਨ ਦਾ ਬੀਜ ਦਿਲਾਂ ਦੀ ਜ਼ਮੀਨ ਤੇ ਡਿੱਗਦਾ ਆ, ਤੇ ਉਹਦੀ ਰਾਖੀ ਤੁਸੀਂ ਕਰਨੀ ਆ। ਸ਼ੈਤਾਨ ਬਾਈਬਲ ਕਹਿੰਦਾ ਚੁਰਾਉਣ ਦੇ ਲਈ ਆਇਆ। ਸਾਡੀਆਂ ਆਸ਼ੀਸ਼ਾਂ, ਸਾਡੀਆਂ ਬਰਕਤਾਂ, ਜੋ ਅਭਿਸ਼ੇਕ ਅਸੀਂ ਹਾਸਲ ਕਰਦੇ ਹਾਂ, ਜੋ ਅਨੋਇੰਟਿੰਗ ਅਸੀਂ ਖੁਦਾਬੰਦ ਦੇ ਕੋਲੋਂ ਹਾਸਲ ਕਰਦੇ ਹਾਂ, ਕੁਝ ਨਵਾਂਪਨ ਜੋ ਅਸੀਂ ਆਤਮਿਕ ਤੌਰ ਤੇ ਖੁਦਾਬੰਦ ਦੇ ਕੋਲੋਂ ਹਾਸਲ ਕਰਦੇ ਹਾਂ, ਉਹ ਚੁਰਾਉਣ ਦੇ ਲਈ ਖੜਾ ਆ। ਬਾਈਬਲ ਕਹਿੰਦਾ ਉਹ ਬੁੱਕ ਦੇ ਸ਼ੀ ਵਾਂਗੂ ਪਾੜਨ ਦੇ ਲਈ ਖੜਾ ਆ। ਉਹ ਤੁਹਾਨੂੰ ਨਵਾਂ ਨਹੀਂ ਹੋਣ ਦਿੰਦਾ, ਉਹ ਤੁਹਾਨੂੰ ਪੁਰਾਣਾ ਹੀ ਰੱਖਣਾ ਚਾਹੁੰਦਾ, ਉਹ ਤੁਹਾਨੂੰ ਸ਼ਰਾਬੀਤ ਹੀ ਰੱਖਣਾ ਚਾਹੁੰਦਾ, ਉਹ ਤੁਹਾਨੂੰ ਪਾਪ ਦੇ ਵਿੱਚ ਹੀ ਰੱਖਣਾ ਚਾਹੁੰਦਾ। ਪਰ ਯਿਸੂ ਮਸੀਹ ਦੇ ਵੱਡੇ ਤੇ ਸਮਰਥੀ ਨਾਮ 'ਚ ਅੱਜ ਅਸੀਂ ਨਵੇਂ ਬਣਨਾ ਆ। ਬੋਲੋ ਆਮੀਨ, ਹਾਲੇਲੂਇਆ, ਹਾਲੇਲੂਇਆ। ਸ਼ੈਤਾਨ ਦਾ ਕੰਮ ਹੈ ਸਾਨੂੰ ਨਵੇਂ ਨਹੀਂ ਹੋਣ ਦੇਣਾ, ਅਗਲੇ ਲੈਵਲ ਤੇ ਨਹੀਂ ਜਾਣ ਦੇਣਾ, ਨਵੀਂ ਜ਼ਿੰਦਗੀ 'ਚ ਨਹੀਂ ਜਾਣ ਦੇਣਾ, ਨਵੇਂ ਆਤਮਿਕ ਲੈਵਲ ਦੇ ਵਿੱਚ ਕਦਮ ਨਹੀਂ ਰੱਖਣ ਦੇਣਾ। ਇਹ ਸ਼ੈਤਾਨ ਦੀਆਂ ਚਾਲਾਂ ਆ ਜਿਹੜੀਆਂ ਅਸੀਂ ਸਮਝ ਲਈਆਂ ਆ। ਜੇ ਨਹੀਂ ਸਮਝੀਆਂ ਆ ਤੇ ਹੁਣ ਸਮਝਣ ਦੀ ਕੋਸ਼ਿਸ਼ ਕਰੋ। ਪਰਮੇਸ਼ਵਰ ਚਾਹੁੰਦੇ ਆ ਕਿ ਅਸੀਂ ਨਵੇਂ ਹੁੰਦੇ ਜਾਈਏ, ਕਿਉਂਕਿ ਮੈਂ ਤੁਹਾਨੂੰ ਦੱਸਿਆ ਪਹਿਲਾਂ ਵੀ, ਜੇ ਪਾਣੀ ਇੱਕ ਥਾਂ ਤੇ ਖੜ ਜਾਵੇ ਤੇ ਉੱਲੀ ਲੱਗ ਜਾਂਦੀ ਆ, ਬਦਬੂ ਮਾਰਨ ਲੱਗ ਪੈਂਦਾ ਆ ਪਾਣੀ, ਕਿਉਂਕਿ ਫਿਰ ਉਹ ਪਾਣੀ ਪੀਣ ਦੇ ਯੋਗ ਨਹੀਂ ਰਹਿੰਦਾ। ਜਿਹੜਾ ਪਾਣੀ ਚੱਲਦਾ ਰਹਿੰਦਾ ਆ ਉਹ ਸਾਫ਼ ਵੀ ਰਹਿੰਦਾ, ਸੁਥਰਾ ਰਹਿੰਦਾ ਔਰ ਪੀਣ ਦੇ ਯੋਗ ਵੀ ਬਣਿਆ ਰਹਿੰਦਾ ਆ। ਇਸੇ ਰੀਤੀ ਦੇ ਨਾਲ ਇੱਕ ਆਤਮਿਕ ਜੀਵਨ ਆ, ਮਸੀਹ ਜੀਵਨ ਆ, ਅਗਰ ਇਹ ਨਵਾਂ ਹੁੰਦਾ ਜਾਵੇ, ਹਰ ਵਾਰ ਹਰ ਰੋਜ਼ ਨਵਾਂ ਹੁੰਦਾ ਜਾਵੇ, ਤੇ ਇਹ ਖੁਦਾਬੰਦ ਦੇ ਕਾਬਿਲ ਆ। ਖੁਦਾਬੰਦ ਇਹਨੂੰ ਇਸਤੇਮਾਲ ਕਰੇਗਾ, ਖੁਦਾਬੰਦ ਇਹਨੂੰ ਹੋਰ ਨਵਾਂ ਕਰੇਗਾ। ਬਾਈਬਲ ਏਦਾਂ ਕਹਿੰਦਾ ਜਿਹਦੇ ਕੋਲ ਹੈਗਾ ਉਹਨੂੰ ਹੋਰ ਦਿੱਤਾ ਜਾਏਗਾ। ਜਿਹੜਾ ਨਵਾਂ ਹੋਣ ਦੀ ਕੋਸ਼ਿਸ਼ ਕਰਦਾ ਆ, ਪਰਮੇਸ਼ਵਰ ਫਿਰ ਤਰਾਸ਼ ਕੇ ਉਹਨੂੰ ਨਵਾਂ ਕਰਦਾ ਆ। ਬੋਲੋ ਹਾਲੇਲੂਇਆ, ਹਾਲੇਲੂਇਆ। ਜਦੋਂ ਹਿਜ਼ਕੀਏਲ ਦਾ ਪੁਸਤਕ ਤੁਸੀਂ ਪੜ੍ਹਦੇ ਆ, ਉਹਦੇ ਵਿੱਚ ਲਿਖਿਆ ਆ, ਜੋ ਦਾ 11 ਨੰਬਰ ਅਧਿਆਇ, ਉਹਦਾ 19 ਔਰ 20 ਨੰਬਰ ਪੰਕਤੀ ਦੇ ਵਿੱਚ ਮੈਂ ਤੁਹਾਨੂੰ ਦੱਸ ਦੇਣਾ ਆ, ਪੜ੍ਹ ਲੈਣਾ ਆਪਣੇ ਜਦੋਂ ਤੁਹਾਡਾ ਟਾਈਮ ਲੱਗੇਗਾ। ਉਹਦੇ ਵਿੱਚ ਏਦਾਂ ਲਿਖਿਆ ਕਿ ਪਰਮੇਸ਼ਵਰ ਤੁਹਾਨੂੰ ਨਵਾਂ ਦਿਲ ਤੇ ਨਵਾਂ ਆਤਮਾ, ਸਥਿਰਤਾ ਦਾ ਆਤਮਾ ਤੁਹਾਨੂੰ ਦੇਗਾ। ਕਦੋਂ ਦੇਗਾ? ਜਦੋਂ ਅਸੀਂ ਉਹਦੇ ਹੁਕਮਾਂ ਔਰ ਵਿਧੀਆਂ ਨੂੰ ਮੰਨਣਾ ਸ਼ੁਰੂ ਕਰਾਂਗੇ ਤਾਂ ਦੇਗਾ ਉਹ।
ਜੇ ਪਿਛਲੇ ਸਾਲ ਦੇ ਵਿੱਚ ਅਸੀਂ ਉਹਦੇ ਹੁਕਮਾਂ ਨੂੰ ਪੂਰਾ ਨਹੀਂ ਕਰ ਪਾਏ ਆ ਤੇ ਇਸ ਸਾਲ ਦੇ ਵਿੱਚ ਅਸੀਂ ਉਹਦੇ ਕੋਲ ਨਵਾਂ ਦਿਲ ਤੇ ਨਵਾਂ ਆਤਮਾ ਮੰਗਣ ਦੀ ਕੋਸ਼ਿਸ਼ ਕਰੀਏ। ਉਹ ਉਦੋਂ ਉਸ ਪਰਸਨ ਨੂੰ ਦਊਗਾ ਜਿਹੜਾ ਆਪਣੇ ਆਪ ਨੂੰ ਨਵਾਂ ਬਣਾਉਣ ਦੀ ਕੋਸ਼ਿਸ਼ ਕਰਦਾ, ਜਿਹੜਾ ਪ੍ਰਭੂ ਦੇ ਵਿੱਚ ਨਵਾਂ ਬਣਨ ਦੀ ਕੋਸ਼ਿਸ਼ ਕਰਦਾ, ਉਹਨੂੰ ਦੇਗਾ। ਯਰਮਾਇਆ ਦੇ ਨਾਲ ਖੁਦਾ ਨੇ ਗੱਲ ਕੀਤੀ, ਯਿਰਮੀਆ ਖੁਦਾ ਨੇ ਉਹਦੇ ਨਾਲ ਗੱਲ ਕੀਤੀ, ਕਹਿੰਦੇ ਮੈਂ ਤੈਨੂੰ ਕਹਿਣਾ ਆ ਕੁਮਹਾਰ ਦੇ ਘਰ ਦੇ ਵਿੱਚ ਜਾ। ਕਹਿੰਦਾ ਪ੍ਰਭੂ ਉੱਥੇ ਕੀ ਆ? ਕਹਿੰਦੇ ਮੈਂ ਤੈਨੂੰ ਕਹਿਣਾ ਉੱਠ ਇੱਥੋਂ ਤੇ ਕੁਮਹਾਰ ਦੇ ਘਰ ਦੇ ਵਿੱਚ ਜਾ। ਤੇ ਬਾਈਬਲ ਕਹਿੰਦਾ, ਯਰਮੀਆ ਨੇ ਲਿਖਿਆ ਕਿ ਜਦੋਂ ਮੈਂ ਕੁਮਹਾਰ ਦੇ ਘਰ ਦੇ ਵਿੱਚ ਗਿਆ ਤਾਂ ਉਹ ਆਪਣੇ ਚੱਕ ਦੇ ਉੱਪਰ ਕੰਮ ਕਰਦਾ ਪਿਆ ਸੀਗਾ। ਉਹਨੇ ਮਿੱਟੀ ਲਈ ਆਪਣੇ ਚੱਕ ਦੇ ਉੱਪਰ ਰੱਖੀ ਔਰ ਬਰਤਨ ਬਣਾਉਂਦੇ ਬਣਾਉਂਦੇ ਉਹ ਬਰਤਨ ਜਿਹੜਾ ਆ ਉਹਦੇ ਹੱਥ 'ਚ ਹੀ ਵਿਗੜ ਗਿਆ। ਕਹਿੰਦੇ ਬਰਤਨ ਉਹਦੇ ਹੱਥ 'ਚ ਹੀ ਵਿਗੜ ਗਿਆ। ਉਹਨੇ ਉਹੀ ਮਿੱਟੀ ਨੂੰ ਦੁਬਾਰਾ ਲਿਆ ਤੇ ਫਿਰ ਉਹਨੇ ਗੁੰਨਿਆ ਤੇ ਫਿਰ ਉਹਨੇ ਇੱਕ ਬਹੁਤ ਅੱਛਾ ਬਰਤਨ ਬਣਾ ਦਿੱਤਾ। ਬੋਲੋ ਹਾਲੇਲੂਇਆ, ਹਾਲੇਲੂਇਆ। परमेश्वर ने आदम जो बनाया बहुत अच्छा आदम बनाया, बहुत अच्छा बर्तन बनाया, लेकिन वो परमेश्वर के हाथों च देखते देखते बिगड़ गया, देखते देखते बिगड़ गया। पर यीशु मसीह की बदौलत हुण उही मिट्टी नूं परमेश्वर दोबारा लैंदा है और एक बहुत अच्छा बर्तन बनाउंदा जिद्दां तुसीं ते मैं। बोलो हालेलूया, 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 हालेलूया। नवें साल दे विच ओह सानूं नवां बर्तन बनाउणा चाहुंदा है। पुराणियां गल्लां की हो गईयां? बीत गईयां और सब हुण नवा हो गया है, सब नवा हो गया। हुण जिहड़ा शराब आ वो अभिषेक दे विच बदलना है। बोलो आमीन, हालेलूया, हालेलूया। अगर तुसी एक्साइटेड या बरकत लैण दे लई, अगर एक्साइटेड या खुदावंद दे काम करन दे लई, अगर एक्साइटेड या कुछ खुदावंद दे कोलों नवा हासिल करन दे लई, इदां नहीं मिलना। ये पवित्र आत्मा नूं हासिल करन तो बाद मिलना है। जिस प्राणी ने पवित्र आत्मा नूं हासिल कीता आ, वो जदों प्रार्थना दे विच बैठदा आ, ओनूं नवे शब्द मिलदे आ, नवा ज्ञान मिलदा आ, नवा मसा मिलदा आ। वो प्राणी कदी पुराना नहीं हो सकदा जिहड़ा पवित्र आत्मा दी अगुवाई दे नाल चलदा है। और जिहदे कोलों पवित्र आत्मा नहीं आ, इट मीनस वो हल्ले तक पुराना आ, ओनूं नवा होण दी जरूरत आ, ओनूं नवा होण दी जरूरत आ। और नवा कदों होएगा? जदों ने पवित्र आत्मा नूं हासिल करना। सिद्धे तुहानूं वरदान या तुहानूं दर्शन देखण दे वरदान या तुहानूं परफेटिक मसा जिहड़ा इदां नहीं मिल जाना, बिना पवित्र आत्मा दे नहीं मिलेगा। नवा होण दे लई सानूं पहला सब तो पहला पवित्र आत्मा नूं हासिल करना पैना, पवित्र आत्मा नूं अपने अंदर ग्रहण करना पैना। बोलो हालेलूया, 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 हालेलूया। जदों असीं फिलिपियां दा पुस्तक पढ़ांगे और ओदा 3 नंबर अध्याय और ओदा 13 और 14 नंबर पंक्ति सुनना बड़े ध्यान दे नाल। लिखिया पौल कहंदे आ, कहंदे हे भरावो मैं अपने लिए ये नहीं समझदा जो मैं हले हाथ पा लिया आ। इन्ना मसा दे नाल भरिया होया परमेश्वर दा दास, इन्ना अभिषेक दे नाल भरिया होया परमेश्वर दा दास अपने मुंह तो की अंगीकार करदा आ, कहंदा हे भरावो मैं अपने लिए ये नहीं समझदा जो मैं हले हाथ पा लिया स्वर्ग नूं, ये नहीं भी मैं हाथ पा लिया यीशु मसीह नूं ग्रहण कर लिया। इन्ना वड्डा परमेश्वर दा दास होने के बावजूद वो की गल कह रहा, कहता मैं नहीं समझदा कि मैं हले हाथ पा लिया। यो परमेश्वर दा दास आ जिन्हां नहीं पता मैं दस दवां, इन्ना अभिषेक उहदे उपर, इन्ना अभिषेक उहदे उपर कि जदों जिस थां तो लंघदा सीगा परछाਵੇਂ दे नाल लोग चंगे हुंदे सी। पौलुस दे बॉडी नूं रुमाल लगा के कपड़ा लगा के फिर दोबारा जाके किसी बीमार दे ऊपर वही कपड़ा लगा देंदे सीगे ते वो बीमार चंगा हो जांदा सीगा। ये उस पौलुस दी मैं गल करदा तुहाडे नाल। कहंदा मैं हे भरावो मैं हले ये नहीं समझदा कि मैं हाथ पा लिया आ मुक्ति नूं, हाथ पा लिया यीशु मसीह नूं, हाथ पा लिया आ मुकट नूं, हाथ पा लिया आ जित नूं, हाथ पा लिया इनाम नूं। कहंदा मैं हले ये नहीं समझदा। और अगे लिखिया कहंदा पर मैं इन्ना आ जो मैं पिछलियां गल्लां नूं भुला के, या ध्यान दे नाल सुनना, कहंदा पर पिछलियां गल्लां नूं भुला के अते उन्हां गल्लां लई ਜਿਹੜੀਆਂ ਅੱਗੇ ਹਨ ਅਗਾਹ ਵੱਧ ਕੇ ਨਿਸ਼ਾਨੇ ਦੇ ਵੱਲ ਦੱਬੀ ਜਾਂਦਾ ਆ ਭਈ ਉਸ ਉੱਪਰਲੇ ਸੱਦੇ ਦਾ ਇਨਾਮ ਲਵਾਂ। ਬੋਲੋ ਹਾਲੇਲੂਇਆ, 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 ਹਾਲੇਲੂਇਆ। ਮੈਂ ਉਮੀਦ ਕਰਦਾ ਤੁਸੀਂ ਸਮਝ ਪਾ ਰਹੇ ਹੋ ਜੋ ਮੈਂ ਸਮਝਾਉਣ ਦੀ ਕੋਸ਼ਿਸ਼ ਕਰਦਾ। ਕਹਿੰਦਾ ਮੈਂ ਇਹ ਭਰਾਵੋ ਮੈਂ ਇਹ ਨਹੀਂ ਸਮਝਦਾ ਵੀ ਮੈਂ ਹੱਥ ਪਾ ਲਿਆ ਆ। ਔਰ ਅੱਗੇ ਕਹਿੰਦਾ ਕਿ ਪਰ ਇੰਨਾ ਆ ਜੋ ਮੈਂ ਪਿਛਲੀਆਂ ਗੱਲਾਂ ਨੂੰ ਭੁਲਾ ਕੇ, ਪੁਰਾਣੀ ਇਨਸਾਨੀਅਤ ਨੂੰ ਜਦੋਂ ਭੁਲਾ ਕੇ, ਪੁਰਾਣੀਆਂ ਆਦਤਾਂ ਨੂੰ ਭੁਲਾ ਕੇ, ਪੁਰਾਣੀ ਸੋਚ ਨੂੰ ਭੁਲਾ ਕੇ, ਪੁਰਾਣੇ ਖਿਆਲਾਤ ਨੂੰ ਭੁਲਾ ਕੇ, ਪੁਰਾਣਾ ਇਮੇਜਿਨੇਸ਼ਨ ਨੂੰ ਭੁਲਾਵਾਂਗੇ, ਫਿਰ ਅੱਗੇ ਵੱਧ ਪਾਵਾਂਗੇ।
ਅਗਰ ਉਹ ਚੀਜ਼ਾਂ ਤੁਸੀਂ ਨਾਲ ਲੈ ਕੇ ਅੱਗੇ ਵਧਣ ਦੀ ਕੋਸ਼ਿਸ਼ ਕਰੋਗੇ, ਇਹ ਚੀਜ਼ਾਂ ਨੇ ਨਾ ਤੁਹਾਨੂੰ ਪਿਛਲੇ ਸਾਲ 'ਚ ਅੱਗੇ ਵਧਣ ਦਿੱਤਾ ਤੇ ਨਾ ਅੱਗੇ ਸਾਲ 'ਚ ਵਧਣ ਦੇਣਾ। ਕਿੰਨੇ ਸਮਝ ਪਾਏ? ਅਗਰ ਝੂਠ ਬੋਲਣ ਦੀ ਆਦਤ ਆ, ਬੁਰਾ ਬੋਲਣ ਦੀ ਆਦਤ ਆ, ਬੁਰਾ ਦੇਖਣ ਦੀ ਆਦਤ ਆ, ਬੁਰਾ ਸੁਣਨ ਦੀ ਆਦਤ ਆ, ਇਹਨਾਂ ਨੇ ਪਿਛਲੇ ਸਾਲ 'ਚ ਵੀ ਅੱਗੇ ਨਹੀਂ ਵਧਣ ਦਿੱਤਾ ਤੇ ਇਹਨਾਂ ਨੇ ਇਸ ਸਾਲ 'ਚ ਵੀ ਨਹੀਂ ਅੱਗੇ ਵਧਣ ਦੇਣਾ ਜੇ ਇਹ ਤੁਹਾਡੇ ਨਾਲ ਰਹਿਣਗੀਆਂ ਤਾਂ। ਪੌਲ ਕਹਿੰਦਾ ਮੈਂ ਪਿਛਲੀਆਂ ਗੱਲਾਂ ਨੂੰ ਭੁਲਾ ਕੇ, ਖਤਮ ਕਰਕੇ, ਡਿਲੀਟ ਕਰਕੇ, ਵਾਸ਼ ਆਊਟ ਕਰਕੇ ਕਹਿੰਦਾ ਮੈਂ ਅੱਗੇ ਵਧਣ ਦੀ ਕੋਸ਼ਿਸ਼ ਕੀਤੀ। ਪਰ ਜੇ ਇਹਨਾਂ ਨੂੰ ਮੈਂ ਨਾਲ ਲੈ ਕੇ ਚੱਲਦਾ ਰਵਾਂਗਾ, ਨਾ ਪਿਛਲੇ ਸਾਲ ਇਹਨਾਂ ਨੇ ਪਵਿੱਤਰ ਆਤਮਾ ਪਾਉਣ ਦਿੱਤਾ ਤੇ ਨਾ ਇਸ ਸਾਲ ਇਹਨਾਂ ਨੇ ਪਾਉਣ ਦੇਣਾ। ਜੇ ਮਖੌਲੀਆਂ ਦੀ ਜੁੰਡੀ 'ਚ ਪਿਛਲੇ ਸਾਲ ਵੀ ਬੈਠੇ ਰਹੇ ਆ, ਬਣਾਉਂਦੇ ਰਹੇ ਆ, ਔਰ ਉਸ ਮਖੌਲੀਆਂ ਦੀ ਜੁੰਡੀ ਦੇ ਵਿੱਚ ਅਸੀਂ ਆਪਣਾ ਸਮਾਂ ਬੇਕਾਰ ਕਰਦੇ ਰਹੇ ਆ, ਉਸ ਕਾਰਨ ਕਰਕੇ ਸਾਨੂੰ ਪਵਿੱਤਰ ਆਤਮਾ ਨਹੀਂ ਮਿਲਿਆ। ਜੇ ਇਸ ਸਾਲ ਵੀ ਉਹੀ ਕੰਮ ਚੱਲਦਾ ਰਹੇਗਾ ਤੇ ਅਸੀਂ ਪਵਿੱਤਰ ਆਤਮਾ ਨਹੀਂ ਪ੍ਰਾਪਤ ਕਰ ਸਕਦੇ ਇਸ ਸਾਲ ਦੇ ਵਿੱਚ ਵੀ। ਬਾਈਬਲ ਦੇ ਵਿੱਚ ਅਸੀਂ ਪੜ੍ਹ ਲਿਆ, ਪੌਲੁਸ ਕਹਿੰਦਾ ਮੈਂ ਇਹ ਭਰਾਵੋ ਮੈਂ ਨਹੀਂ ਸਮਝਦਾ ਕਿ ਮੈਂ ਹੱਥ ਪਾ ਲਿਆ ਹੈ ਹਲੇ, ਪਰ ਕਹਿੰਦਾ ਇੰਨਾ ਆ ਕਿ ਮੈਂ ਪਿਛਲੀਆਂ ਗੱਲਾਂ ਨੂੰ ਭੁਲਾ ਕੇ ਤੇ ਕਹਿੰਦਾ ਜਿਹੜੀਆਂ ਮੇਰੇ ਅੱਗੇ ਹਨ, ਹੁਣ 2022 ਦੇ ਵਿੱਚ ਯਾਦ ਰੱਖਣਾ, ਜੋ ਹੁਣ ਕਹਿੰਦਾ ਮੇਰੇ ਅੱਗੇ ਹਨ, ਮੈਂ ਅਗਾਹਾਂ ਵੱਧ ਕੇ ਨਿਸ਼ਾਨੇ ਦੇ ਵੱਲ ਦੱਬੀ ਜਾਂਦਾ ਆ। ਜੋ ਮੇਰਾ ਨਿਸ਼ਾਨਾ ਕੀ ਆ? ਸਵਰਗ ਆ। ਨਿਸ਼ਾਨਾ ਕੀ ਆ? ਯਿਸੂ ਮਸੀਹ ਆ। ਨਿਸ਼ਾਨਾ ਕੀ ਆ? ਉਹਦਾ ਵਚਨ ਆ। ਗੈਰ ਕੌਮਾਂ ਤੱਕ ਲੈ ਕੇ ਜਾਣਾ, ਇਹ ਪੌਲੁਸ ਦਾ ਨਿਸ਼ਾਨਾ ਸੀਗਾ। ਕੀ ਨਿਸ਼ਾਨਾ ਸੀਗਾ? ਕਿ ਉਹਦਾ ਵਚਨ ਗੈਰ ਕੌਮਾਂ ਤੱਕ ਲੈ ਕੇ ਜਾਣਾ। ਬਪਤਿਸਮਾ ਦੇਣਾ ਨਹੀਂ, ਕਹਿੰਦਾ ਬਪਤਿਸਮਾ ਦੇਣਾ ਮੇਰਾ ਕੰਮ ਨਹੀਂ ਆ, ਹੋਰ ਚੇਲੇ ਹੈਗੇ ਆ ਦੇਣ ਦੇ ਲਈ, ਪਤਰਸ ਉਹਨੇ ਦੇਣਗੇ। ਕਹਿੰਦਾ ਮੇਰਾ ਕੰਮ ਆ ਗੈਰ ਲੋਕਾਂ ਤੱਕ ਖੁਦਾਵੰਦ ਦਾ ਵਚਨ ਲੈ ਕੇ ਜਾਣਾ, ਹਾਕਮਾਂ ਤੱਕ ਲੈ ਕੇ ਜਾਣਾ, ਮਿਨਿਸਟਰ ਤੱਕ ਲੈ ਕੇ ਜਾਣਾ। ਕਹਿੰਦਾ ਮੇਰੀ ਸੇਵਕਾ ਇਹ ਆ, ਮੈਨੂੰ ਖੁਦਾ ਨੇ ਇਸ ਕੰਮ ਦੇ ਲਈ ਚੁਣਿਆ ਕਿ ਮੈਂ ਗੈਰ ਜਾਤੀਆਂ ਤੱਕ ਕੀ ਕਰਾਂ? ਵਚਨ ਲੈ ਕੇ ਜਾਵਾਂ, ਖੁਦਾਵੰਦ ਦਾ ਕਲਾਮ ਲੈ ਕੇ ਜਾਵਾਂ। ਕਹਿੰਦਾ ਖੁਦਾਵੰਦ ਦੇ ਨਾਮ ਨੂੰ ਉੱਚਾ ਕਰਾਂ। ਜਿੱਦਾਂ ਮਰਜ਼ੀ ਤੁਸੀਂ ਅਗਰ ਉਹਦੀ ਸਟੋਰੀ ਨੂੰ ਪੜੋ, ਤੁਹਾਨੂੰ ਪਤਾ ਲੱਗੇਗਾ ਕਿ ਕਿੱਦਾਂ ਉਹ ਦੁੱਖਾਂ ਦੇ ਵਿੱਚੋਂ, ਫਾਕਿਆਂ ਦੇ ਵਿੱਚੋਂ ਲੰਘ ਕੇ ਗਿਆ ਆ ਪਰਮੇਸ਼ਵਰ ਦਾ ਕਲਾਮ ਉਹਨਾਂ ਲੋਕਾਂ ਤੱਕ ਲੈ ਕੇ ਜਾਣ ਦੇ ਲਈ ਜਿਨ੍ਹਾਂ ਤੱਕ ਸਿੱਧਾ ਪਹੁੰਚਿਆ ਨਹੀਂ ਜਾ ਸਕਦਾ ਸੀ। ਹਾਲੇਲੂਇਆ, ਹਾਲੇਲੂਇਆ। ਕਹਿੰਦਾ ਮੈਂ ਹੁਣ ਅੱਗੇ ਦੀਆਂ ਗੱਲਾਂ ਦੇ ਉੱਪਰ ਧਿਆਨ ਦੇਣਾ, ਔਰ ਨਿਸ਼ਾਨੇ ਦੇ ਵੱਲ ਦੱਬੀ ਜਾਣਾ ਆ, ਭੱਜੀ ਜਾਣਾ ਆ, ਵਧੀ ਜਾਣਾ ਆ। ਹੁਣ ਤੁਸੀਂ ਆਪਣੀ ਜ਼ਿੰਦਗੀ ਦੇ ਵੱਲ ਅਸੀਂ ਝਾਤੀ ਮਾਰਨੀ ਆ ਕਿ ਅਸੀਂ ਹੁਣ ਨਵੇਂ ਸਾਲ ਦੇ ਬਿਲਕੁਲ ਮੂਵਮੈਂਟ ਦੇ ਉੱਪਰ ਹੀ ਆ, ਕਿ ਅਸੀਂ ਸਵਰਗ ਦੀ ਤਿਆਰੀ ਦੇ ਵਿੱਚ ਆ, ਕਿ ਅਸੀਂ ਪਵਿੱਤਰ ਆਤਮਾ ਹਾਸਲ ਕਰਨ ਦੀ ਤਿਆਰੀ ਦੇ ਵਿੱਚ, ਕਿ ਅਸੀਂ ਵਚਨ ਦਾ ਗਿਆਨ ਪ੍ਰਾਪਤ ਕਰਨ ਦੀ ਤਿਆਰੀ ਦੇ ਵਿੱਚ, ਕਿ ਅਸੀਂ ਯਿਸੂ ਮਸੀਹ ਨੂੰ ਖੁਸ਼ ਕਰਨ ਦੀ ਤਿਆਰੀ ਦੇ ਵਿੱਚ, ਕਿ ਅਸੀਂ ਆਪਣਾ ਪੂਰਾ ਜੀਵਨ ਖੁਦਾਵੰਦ ਨੂੰ ਦੇਣ ਦੀ ਤਿਆਰੀ ਦੇ ਵਿੱਚ, ਜਾਂ ਅਸੀਂ ਆਪਣੇ ਜੀਵਨ ਦੇ ਉੱਪਰ ਪੁਰਾਣੇ ਸਾਲ ਦੇ ਵਿੱਚ ਵੀ ਸਾਡਾ ਅਧਿਕਾਰ ਸੀਗਾ ਕਿ ਅਸੀਂ ਨਵੇਂ ਸਾਲ 'ਚ ਵੀ ਆਪਣਾ ਹੀ ਅਧਿਕਾਰ ਰੱਖਣਾ। ਨਹੀਂ, ਨਵੇਂ ਸਾਲ ਦੇ ਵਿੱਚ ਸਾਡੇ ਜੀਵਨ ਦੇ ਉੱਪਰ ਯਿਸੂ ਮਸੀਹ ਦਾ ਅਧਿਕਾਰ ਹੋਣਾ ਚਾਹੀਦਾ। ਬੋਲੋ ਆਮੀਨ, ਆਮੀਨ, ਹਾਲੇਲੂਇਆ, 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 ਹਾਲੇਲੂਇਆ। ਅਗਰ ਅੱਗੇ ਵਧਣਾ ਚਾਹੁੰਦੇ, ਅਗਰ ਕੁਝ ਕਰਨਾ ਚਾਹੁੰਦੇ ਆ ਮਸੀਹ ਦੇ ਵਿੱਚ, ਅਗਰ ਟਾਈਮ ਪਾਸ ਕਰਨਾ ਚਾਹੁੰਦੇ, ਫਿਰ ਜੋ ਤੁਸੀਂ ਪਿਛਲੇ ਸਾਲ 'ਚ ਕਰਦੇ ਆ ਅੱਗੇ ਵੀ ਕਰਦੇ ਰਹੋਗੇ, ਕਿਸੇ ਨੂੰ ਕੋਈ ਦਿੱਕਤ ਨਹੀਂ ਆ। ਲਾਸ ਤੁਹਾਡਾ ਆ, ਨੁਕਸਾਨ ਤੁਹਾਡਾ ਆ। ਪੌਲੁਸ ਕਹਿੰਦਾ ਮੈਂ ਅੱਗੇ ਦੱਬੀ ਜਾਣਾ ਆ, ਕਹਿੰਦਾ ਨਿਸ਼ਾਨੇ ਦੇ ਵੱਲੋਂ ਭਾਈ ਉਸ ਉੱਪਰਲੇ ਸੱਦੇ ਦਾ ਕਹਿੰਦਾ ਇਨਾਮ ਲਵਾਂ ਜੋ ਪਰਮੇਸ਼ਵਰ ਦੀ ਵੱਲੋਂ ਮਸੀਹ ਯਿਸੂ ਵਿੱਚ ਆ। ਬੋਲੋ ਹਾਲੇਲੂਇਆ, ਹਾਲੇਲੂਇਆ। ਉਹ ਇਨਾਮ ਕਹਿੰਦਾ ਜਿਹੜਾ ਮਸੀਹ ਦੇ ਵਿੱਚ ਮੈਨੂੰ ਮਿਲਣਾ ਆ, ਮੈਂ ਉਹਦੇ ਵੱਲੋਂ ਦੱਬੀ ਜਾਣਾ, ਦੌੜੀ ਜਾਣਾ ਆ। ਕਹਿੰਦਾ ਔਰ ਅਸੀਂ ਕੀ ਕਰਦੇ ਪਏ ਆ? ਮਿਕਸ ਜੀਵਨ ਲੈ ਕੇ ਤੁਸੀਂ ਦੌੜ ਨਹੀਂ ਸਕਦੇ, ਥੱਕ ਜਾਓਗੇ, ਕਿਉਂਕਿ ਬੋਝ ਬੜਾ ਨਾ, ਪੈਸੇ ਦਾ, ਕਰਜ਼ੇ ਦਾ, ਪਾਪ ਦਾ, ਲਾਲਚ ਦਾ, ਬੁਰਾ ਬੋਲਣ ਦਾ, ਨਿੰਦਿਆ ਕਰਨ ਦਾ, ਗੁੱਸਾ ਕਰਨ ਦਾ, ਕ੍ਰੋਧ ਕਰਨ ਦਾ। ਇਹ ਜਿਹੜਾ ਬੋਝ ਅਗਰ ਤੁਸੀਂ ਆਪਣੇ ਨਾਲ ਲਈ ਫਿਰੋਗੇ, ਤੁਸੀਂ ਬਹੁਤ ਲੰਬੀ ਰੇਸ ਨਹੀਂ ਦੌੜ ਸਕਦੇ, ਤੁਸੀਂ ਬਹੁਤ ਲੰਬਾ ਸਮਾਂ ਨਹੀਂ ਦੌੜ ਸਕਦੇ। ਕਿੰਨੇ ਮੇਰੀ ਗੱਲ ਨੂੰ ਸਮਝ ਪਾ ਰਹੇ? ਇਹ ਜਿਹੜਾ ਪਾਪ ਦਾ, ਜਿਹੜਾ ਬਾਈਬਲ ਤੋਂ ਬਾਹਰ ਦਾ, ਜਿਹੜਾ ਮੇਰੀ ਗੱਲ ਨੂੰ ਸਮਝਣਾ ਬੜੇ ਧਿਆਨ ਦੇ ਨਾਲ, ਮੈਂ ਸੌਖਾ ਕਰਕੇ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ। ਇੱਧਰ ਦੇਖਣਾ ਜਣਾ, ਜਦੋਂ ਕੁਮਹਾਰ ਚੱਕ ਦੇ ਉੱਪਰ ਆਪਣੀ ਮਿੱਟੀ ਰੱਖਦਾ, ਉਹ ਪੂਰੀ ਮਿੱਟੀ ਰੱਖਦਾ। ਜਦੋਂ ਕੁਮਹਾਰ ਜਿਹੜਾ ਆ ਉਹ ਚੱਕ ਦੇ ਉੱਪਰ, ਇੱਧਰ ਸੁਣੋ ਕੋਈ ਗੱਲ ਨਹੀਂ, ਜਦੋਂ ਕੁਮਹਾਰ ਚੱਕ ਦੇ ਉੱਪਰ ਮਿੱਟੀ ਰੱਖਦਾ, ਬਹੁਤ ਵੱਡਾ ਢੀਲਾ ਜਿਹਾ ਰੱਖਦਾ ਹੈ। ਕੀ ਰੱਖਦਾ? ਇੱਧਰ ਦੇਖੋ, ਕੁਮਹਾਰ ਆਪਣੇ ਚੱਕ ਦੇ ਉੱਪਰ ਬਹੁਤ ਵੱਡਾ ਢੀਲਾ ਰੱਖਦਾ ਮਿੱਟੀ ਦਾ। ਰੱਖਦਾ ਕਿ ਨਹੀਂ ਰੱਖਦਾ? ਮੈਂ ਕਿਹਾ ਰੱਖਦਾ ਕਿ ਨਹੀਂ ਰੱਖਦਾ? ਫਿਰ ਉਹਨੇ ਇੱਕ ਬਰਤਨ ਬਣਾਉਣਾ ਆ, ਬਹੁਤ ਅੱਛਾ ਬਰਤਨ ਬਣਾਉਣਾ। ਕਿੱਦਾਂ ਬਣੇਗਾ? ਜਦੋਂ ਉਹਨੇ ਉਹਦੇ ਵਿੱਚੋਂ ਉਹਦੇ ਆਲੇ ਦੁਆਲੇ ਦੀ ਵਾਧੂ ਦੀ ਮਿੱਟੀ ਉਤਾਰ ਦੇਣੀ ਹੈ। ਕਿੰਨੇ ਮੇਰੀ ਗੱਲ ਨੂੰ ਸਮਝ ਪਾਏ? ਉਹਨੇ ਵਾਧੂ ਦੀ ਮਿੱਟੀ ਜਦੋਂ ਉਤਾਰ ਦੇਣੀ ਆ, ਫਿਰ ਉਹਨੇ ਉਸ ਬਰਤਨ ਨੂੰ ਆਕਾਰ ਦੇਣਾ ਸ਼ੁਰੂ ਕਰਨਾ। ਬੋਲੋ ਹਾਲੇਲੂਇਆ, ਹਾਲੇਲੂਇਆ। ਇਦਾਂ ਹੀ ਅਸੀਂ ਆਪਣੇ ਜ਼ਿੰਦਗੀ ਦੇ ਵਿੱਚ ਵਾਧੂ ਦੀ ਮਿੱਟੀ ਲੈ ਕੇ ਬੈਠੇ ਪਏ ਆ, ਪਾਪ ਦੀ, ਬੁਰਾਈ ਦੀ, ਅਮੀਰ ਹੋਣ ਦੀ,
ਹਾਂ ਉਹਦੇ ਕੋਲ ਆਇਆ, ਮੇਰੇ ਕੋਲ ਆ ਨਹੀਂ ਹੈ, ਉਹਨਾਂ ਕੋਲ ਆਇਆ, ਸਾਡੇ ਘਰ ਚ ਆ ਨਹੀਂ ਆ, ਅਸੀਂ ਕਿੱਦਾਂ ਵਧਾਂਗੇ, ਕਿੱਦਾਂ ਅਮੀਰ ਹੋਵਾਂਗੇ? ਏਦਾਂ ਦੀਆਂ ਸੋਚਾਂ ਜਦੋਂ ਅਸੀਂ ਰੱਖ ਕੇ ਚੱਲਾਂਗੇ, ਇੱਕ ਵਾਧੂ ਮਿੱਟੀ ਦਾ ਕੰਮ ਕਰਦੇ ਸਾਡੀ ਜ਼ਿੰਦਗੀ ਦੇ ਵਿੱਚ। ਅਗਰ ਅੱਛਾ ਬਰਤਨ ਬਣਨਾ ਚਾਹੁੰਦੇ ਆ, ਇਦਾਂ ਹੀ ਲਿਆ ਕੇ ਪਰਮੇਸ਼ਵਰ ਦੇ ਹੱਥਾਂ 'ਚ ਆਪਣੇ ਆਪ ਨੂੰ ਦੇ ਦਿਓ, ਉਹਨੇ ਵਾਧੂ ਦੀ ਮਿੱਟੀ ਲਾ ਦੇਣੀ ਆ, ਇੱਕ ਬਹੁਤ ਅੱਛਾ ਬਰਤਨ ਤੁਹਾਨੂੰ ਬਣਾ ਕੇ ਆਪਣੇ ਸਾਹਮਣੇ ਰੱਖ ਲੈਣਾ। ਬੋਲੋ ਆਮੀਨ, ਆਮੀਨ, ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਹਾਲੇਲੂਇਆ। ਕਿਉਂਕਿ ਤਦ ਤੱਕ ਤੁਸੀਂ ਅੱਛਾ ਬਰਤਨ ਨਹੀਂ ਬਣ ਸਕਦੇ ਹੋ, ਤੁਹਾਨੂੰ ਇੱਕ ਅੱਛਾ ਆਕਾਰ ਨਹੀਂ ਮਿਲ ਸਕਦਾ, ਜਦ ਤੱਕ ਉਹ ਵਾਧੂ ਦੀ ਮਿੱਟੀ ਜਿਹੜੀ ਤੁਸੀਂ ਆਪਣੇ ਨਾਲ ਲਗਾਈ ਹੋਈ ਆ, ਝੂਠ ਬੋਲਣ ਦੀ, ਈਰਖਾ ਦੀ, ਲਾਲਚ ਦੀ, ਅਮੀਰ ਹੋਣ ਦੀ, ਧਨ ਕਮਾਉਣ ਦੀ, ਪੈਸਾ ਜੋੜਨ ਦੀ, ਇਹ ਜਿਹੜੀ ਵਾਧੂ ਦੀ ਮਿੱਟੀ ਜਦ ਤੱਕ ਇਹ ਤੁਸੀਂ ਆਪਣੇ ਤੋਂ ਉਤਾਰਦੇ ਨਹੀਂ ਆ, ਤੁਹਾਨੂੰ ਇੱਕ ਅੱਛਾ ਆਕਾਰ ਨਹੀਂ ਮਿਲ ਸਕਦਾ। ਕਿੰਨੇ ਸਮਝ ਪਾਏ? ਆਦਮ ਨੂੰ ਵੀ ਜਦੋਂ ਸ਼ਕਲ ਸੂਰਤ ਬਖਸ਼ੀ ਖੁਦਾ ਨੇ, ਉਹਦੇ ਤੋਂ ਵੀ ਮਿੱਟੀ ਲਾਈ ਆ, ਫਿਰ ਹਾਂ ਇੱਕ ਆਕਾਰ ਦਿੱਤਾ ਆ ਉਹਨੇ ਆਦਮ ਨੂੰ। ਜਦੋਂ ਵਾਧੂ ਦੀ ਮਿੱਟੀ ਲਾਈ ਤਾਂ ਫਿਰ ਉਹ ਕਿਸੇ ਆਕਾਰ ਦੇ ਵਿੱਚ ਆਇਆ, ਜੋ ਤੁਸੀਂ ਆਪਣੇ ਆਪ ਨੂੰ ਦੇਖਦੇ ਜਾਂ ਮੈਨੂੰ ਤੁਸੀਂ ਆਪਣੇ ਆਪ ਨੂੰ ਦੇਖਦੇ। ਅਸੀਂ ਵਾਧੂ ਦੀ ਮਿੱਟੀ ਜਿਹੜੀ ਆ ਸੰਸਾਰ ਰੱਖਿਆ, ਜੋ ਵੀ ਸੰਸਾਰ ਦੀਆਂ ਚੀਜ਼ਾਂ ਅਸੀਂ ਆਪਣੇ ਦਿਲ ਦੇ ਵਿੱਚ ਵਸਾ ਕੇ ਬੈਠੇ ਆ, ਆਪਣੇ ਰੂਹ 'ਚ ਬਚਾ ਕੇ ਬੈਠੇ ਪਏ ਆ, ਇਹਨੂੰ ਅਸੀਂ ਆਪਣੇ ਤੋਂ ਦੂਰ ਕਰਨਾ, ਫਿਰ ਇੱਕ ਤੁਸੀਂ ਅੱਛੇ ਆਕਾਰ ਦੇ ਵਿੱਚ ਆ ਸਕਦੇ ਆ, ਇੱਕ ਅੱਛਾ ਬਰਤਨ ਬਣ ਸਕਦੇ ਆ, ਜਿਹੜਾ ਰਾਜੇ ਦੇ ਮਹਿਲ ਦੇ ਵਿੱਚ ਅੱਛੀਆਂ ਜਗ੍ਹਾਵਾਂ ਤੇ ਯੂਜ਼ ਹੁੰਦਾ ਆ। ਬੋਲੋ ਹਾਲੇਲੂਇਆ, ਹਾਲੇਲੂਇਆ। ਉਹ ਬਰਤਨ ਅਸੀਂ ਬਣਨਾ। ਬਰਤਨ ਦੋ ਤਰ੍ਹਾਂ ਦਾ ਬਾਈਬਲ ਕਹਿੰਦਾ, ਇੱਕ ਨਰਾਦਰ ਦੇ ਕੰਮ ਦੇ ਲਈ ਯੂਜ਼ ਹੁੰਦਾ, ਇੱਕ ਆਦਰ ਦੇ ਕੰਮ ਦੇ ਲਈ। ਔਰ ਅਸੀਂ ਕਿਹੜਾ ਬਰਤਨ ਬਣਨਾ? ਕਿਹੜਾ ਬਰਤਨ ਬਣਨਾ? ਆਦਰ ਦਾ ਬਰਤਨ ਬਣਨਾ ਹੈ। ਬੋਲੋ ਹਾਲੇਲੂਇਆ, ਹਾਲੇਲੂਇਆ। ਮੈਂ ਬਾਈਬਲ ਦੇ ਵਿੱਚ ਇੱਕ ਹੋਰ ਰੈਫਰੈਂਸ ਤੁਹਾਨੂੰ ਦੇਣਾ, ਜਦੋਂ ਤੁਸੀਂ ਕਲੂਸੀਆਂ ਦਾ ਖੱਤ ਮੇਰੇ ਨਾਲ ਪੜੋਗੇ, ਉਹਦਾ 3 ਨੰਬਰ ਅਧਿਆਇ, ਜਲਦੀ ਖੋਲੀਏ ਜ਼ਰਾ, ਕਲੂਸੀਆਂ ਦਾ ਖੱਤ, ਉਹਦਾ 3 ਨੰਬਰ ਅਧਿਆਇ। ਇਹ ਨਵੀਂ ਜ਼ਿੰਦਗੀ ਦੀਆਂ ਜ਼ਿੰਮੇਵਾਰੀਆਂ ਆ। ਇਸ ਅਗਰ ਤੁਸੀਂ ਪੂਰੇ ਚੈਪਟਰ ਨੂੰ ਪੜੋਗੇ, ਤੁਹਾਨੂੰ ਬਹੁਤ ਅੱਛਾ ਸਮਝ ਆਏਗਾ। ਨਵੀਂ ਜ਼ਿੰਦਗੀ ਦੀਆਂ ਜ਼ਿੰਮੇਵਾਰੀਆਂ, ਇਹਦਾ ਟਾਈਟਲ ਆ ਕਲੂਸੀਆਂ ਦਾ ਖੱਤ, ਉਹਦਾ 3 ਨੰਬਰ ਅਧਿਆਇ, ਉਹਦਾ 1 ਤੋਂ 4 ਨੰਬਰ ਪੰਕਤੀ ਤੱਕ ਮੈਂ ਪੜਨਾ, ਤੁਸੀਂ ਸੁਣਨਾ ਬੜੇ ਧਿਆਨ ਦੇ ਨਾਲ। ਕਹਿੰਦੇ, ਸੋ ਜੇ ਤੁਸੀਂ ਮਸੀਹ ਦੇ ਨਾਲ ਜਿਵਾਏਗੇ ਤਾਂ ਉਤਾਹਾਂ ਦੀਆਂ ਗੱਲਾਂ ਦੇ ਮਗਰ ਲੱਗੇ ਰਹੋ, ਜਿੱਥੇ ਮਸੀਹ ਪਰਮੇਸ਼ਵਰ ਦੇ ਸੱਜੇ ਪਾਸੇ ਬੈਠਾ ਹੋਇਆ। ਬੋਲੋ ਹਾਲੇਲੂਇਆ, 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 ਹਾਲੇਲੂਇਆ। ਸੁਣਨਾ ਬੜੇ ਧਿਆਨ ਨਾਲ, ਗਹਿਰਾਈ 'ਚ ਥੋੜਾ ਜਿਹਾ ਜਾਣ ਦੀ ਕੋਸ਼ਿਸ਼ ਕਰੀਏ। ਉੱਪਰੋਂ ਬਹੁਤ ਪੜ ਲਿਆ ਪਿਛਲੇ ਸਾਲ, ਹੁਣ ਥੋੜਾ ਜਿਹਾ ਗਹਿਰਾਈ ਦੇ ਵਿੱਚ ਜਾਣ ਦੀ ਕੋਸ਼ਿਸ਼ ਕਰੀਏ। ਕਹਿੰਦਾ, ਸੋ ਜੇ ਤੁਸੀਂ ਮਸੀਹ ਦੇ ਨਾਲ ਜਿਵਾਏ ਗਏ ਆ, ਜੇ ਤੁਸੀਂ ਸਮਝਦੇ ਆ ਕਿ ਮੈਨੂੰ ਚੁਣਿਆ ਆ ਖੁਦਾ ਨੇ, ਜੇ ਤੁਸੀਂ ਇਸ ਗੱਲ ਨੂੰ ਮੰਨਦੇ ਆ, ਹਾਂ ਤੇ ਆਮੀਨ ਦੇ ਨਾਲ ਸਵੀਕਾਰ ਕਰਦੇ ਆ ਕਿ ਲੱਖਾਂ ਕਰੋੜਾਂ ਦੁਨੀਆ ਦੇ ਵਿੱਚੋਂ ਖੁਦਾ ਨੇ ਮੈਨੂੰ ਚੁਣਿਆ ਆ, ਆਪਣੇ ਪੁੱਤਰ ਧੀਆ ਹੋਣ ਦਾ ਹੱਕ ਦਿੱਤਾ ਆ, ਮੈਂ ਮਸੀਹ ਦੇ ਨਾਲ ਕਹਿੰਦਾ ਜਦੋਂ ਮੈਂ ਜਿਵਾਇਆ ਗਿਆ ਆ, ਤਾਂ ਉਤਾਹਾਂ ਦੀਆਂ ਗੱਲਾਂ ਦੇ ਹੁਣ ਮਗਰ ਲੱਗੇ ਰਹਿਣਾ। ਹੁਣ ਹੇਠਾਂ ਦੀਆਂ ਗੱਲਾਂ ਦੇ ਮਗਰ ਨਹੀਂ। ਹੇਠਾਂ ਦੀਆਂ ਗੱਲਾਂ ਕੀ ਆ? ਪਾਪ, ਬੁਰਾਈ, ਬੁਰਾ ਬੋਲਣਾ, ਗਾਲਾਂ ਕੱਢਣੀਆਂ, ਅਮੀਰੀ ਦਾ ਲਾਲਚ। ਬਾਈਬਲ ਕਹਿੰਦਾ ਲਾਲਚ ਕਿਹਦੇ ਬਰਾਬਰ ਆ? ਇਹਦੇ ਬਰਾਬਰ ਆ। ਮਤਲਬ ਜੇ ਤੁਹਾਨੂੰ ਲੱਗਦਾ ਹੋਵੇ ਕਿ ਅਸੀਂ ਏਦਾਂ ਧੂਪ ਨਹੀਂ ਦਿਖਾਉਂਦੇ ਕਿਸੇ ਫੋਟੋ ਦੇ ਅੱਗੇ, ਤੇ ਪਰ ਅਜੇ ਤੁਸੀਂ ਲਾਲਚ ਕਰਦੇ ਆ ਕਿਸੇ ਵੀ ਚੀਜ਼ ਦਾ, ਅਮੀਰ ਹੋਣ ਦਾ, ਪੈਸਾ ਕਮਾਉਣ ਦਾ, ਪੈਸਾ ਜੋੜਨ ਦਾ, ਜਾਂ ਹੋਰ ਵੀ ਕਿਸੇ ਵਸਤੂ ਦਾ, ਇਟ ਮੀਨਸ ਕਿ ਤੁਸੀਂ ਮੂਰਤੀ ਪੂਜਾ ਕਰਦੇ ਪਏ ਆ। ਬਾਈਬਲ ਏਦਾਂ ਸਾਬਿਤ ਕਰਦਾ, ਠੋਸ ਸਬੂਤ ਹੈ ਬਾਈਬਲ ਦੇ ਵਿੱਚ ਕਿ ਤੁਸੀਂ ਮੂਰਤੀ ਪੂਜਾ ਦਾ ਕਹਿੰਦਾ ਅਗਰ ਤੁਸੀਂ ਲਾਲਚ ਕਰਦੇ ਕਿਸੇ ਵੀ ਚੀਜ਼ ਦਾ। ਹਾਲੇਲੂਇਆ, ਹਾਲੇਲੂਇਆ। ਕਹਿੰਦਾ ਅਗਰ ਤੁਸੀਂ ਜਾਣਦੇ ਆ ਕਿ ਤੁਸੀਂ ਮਸੀਹ ਦੇ ਵਾਂਗੂ ਜਵਾਏ ਗਏ ਆ, ਤਾਂ ਹੁਣ ਕੀ ਕਰਨਾ? ਕੀ ਜ਼ਿੰਮੇਵਾਰੀਆਂ ਨਵੇਂ ਸਾਲ ਦੇ ਵਿੱਚ? ਕਹਿੰਦਾ ਹੁਣ ਉਤਾਹਾਂ ਦੀਆਂ ਗੱਲਾਂ ਦੇ ਉੱਪਰ ਕੀ ਕਰਨਾ ਆ? ਮਨ ਲਗਾਉਣਾ, ਧਿਆਨ ਲਗਾਉਣਾ। ਯਿਸੂ ਮਸੀਹ ਦੇ ਮੂੰਹ ਦੇ ਵਿੱਚੋਂ ਨਿਕਲੇ ਸ਼ਬਦ ਆ, ਕਹਿੰਦੇ ਜਿਹੜਾ ਉਤਾਹਾਂ ਦਾ ਆ, ਉਹ ਉਤਾਹਾਂ ਦੀਆਂ ਗੱਲਾਂ ਦੇ ਉੱਪਰ ਮਨ ਲਗਾਉਂਦਾ। ਹੁਣ ਤੁਸੀਂ ਜਾਣਾ ਇੰਗਲੈਂਡ ਦੇ ਵਿੱਚ ਆ, ਔਰ ਤੁਸੀਂ ਇੰਗਲਿਸ਼ ਸਿੱਖਣ ਦੀ ਕੋਸ਼ਿਸ਼ ਨਾ ਕਰੋ, ਤੇ ਕਿੱਦਾਂ ਉੱਥੇ ਪਹੁੰਚ ਪਾਓਗੇ? ਉੱਥੇ ਕੀ ਚੱਲਦਾ, ਕੀ ਤੁਰਦਾ, ਕਿੱਦਾਂ ਬਹਿੰਦਾ, ਕੀ ਰੂਲ ਰੈਗੂਲੇਸ਼ਨ ਆ, ਜਦ ਤੱਕ ਤੁਸੀਂ ਸਮਝ ਨਹੀਂ ਪਾਓਗੇ ਤੁਹਾਡਾ ਉੱਥੇ ਜਾਣਾ ਪੋਸੀਬਲ ਨਹੀਂ ਹੈ। ਚਲੇ ਵੀ ਜਾਓਗੇ ਤਾਂ ਸਫਲ ਨਹੀਂ ਹੋ ਪਾਓਗੇ। ਹੁਣ ਅਸੀਂ ਧਰਤੀ ਦੇ ਉੱਪਰ ਰਹਿੰਦੇ ਹਾਂ, ਸਵਰਗ ਦੇ ਵਿੱਚ ਜਾਣ ਦੀ ਕੋਸ਼ਿਸ਼ ਕਰਦੇ ਪਏ ਹਾਂ। ਔਰ ਸਵਰਗ ਦੇ ਵਿੱਚ ਕੀ ਹੁੰਦਾ ਆ? ਅਸੀਂ ਇੱਥੇ ਥੱਕ ਜਾਂਦੇ ਆਰਾਧਨਾ ਕਰਦੇ, ਉੱਥੇ ਤਾਂ 24 ਘੰਟੇ ਆਰਾਧਨਾ ਹੁੰਦੀ ਖੁਦਾ ਦੀ। ਇੱਥੇ ਸਾਨੂੰ ਭੁੱਖ ਪਿਆਸ ਆ, ਲੈਣੇ ਦੇਣੇ ਪਏ ਹੋਏ ਆ, ਕੰਮ ਹੈ ਨਹੀਂ, ਜੌਬ ਹੈ ਨਹੀਂ, ਪੈਸਾ ਹੈ ਨਹੀਂ, ਅਮੀਰੀ ਹੈ ਨਹੀਂ, ਆਹ ਹੈ ਨਹੀਂ, ਉਹ ਹੈ ਨਹੀਂ। ਪਰ ਸਵਰਗ ਦੇ ਵਿੱਚ ਏਦਾਂ ਨਹੀਂ ਹੈ। ਪਰ ਜੇ ਤੁਸੀਂ ਧਰਤੀ ਦੇ ਉੱਪਰ ਰਹਿੰਦੇ ਆ, ਪ੍ਰਾਰਥਨਾ ਨਹੀਂ ਕਰ ਸਕਦੇ, ਤੇ ਸਵਰਗ ਦੇ ਵਿੱਚ ਭੁੱਲ ਜਾਓ ਕਿ ਤੁਸੀਂ ਪਹੁੰਚ ਸਕਦੇ ਆ। ਬਿਨਾਂ ਪਵਿੱਤਰ ਆਤਮਾ ਦੇ ਪਾਏ ਉੱਥੇ ਬੰਦਾ ਪਹੁੰਚ ਨਹੀਂ ਸਕਦਾ।
ਬਿਨਾਂ ਬਪਤਿਸਮੇ ਦੇ ਨਹੀਂ ਪਹੁੰਚ ਸਕਦਾ, ਚਾਹੇ ਉਹ ਪਾਣੀ ਵਾਲਾ ਬਪਤਿਸਮਾ ਚਾਹੇ ਅੱਗ ਦਾ ਬਪਤਿਸਮਾ ਆ, ਇਹ ਤੋਂ ਬਿਨਾਂ ਅਸੀਂ ਸਵਰਗ ਦੇ ਵਿੱਚ ਨਹੀਂ ਪਹੁੰਚ ਸਕਦੇ। ਸਵਰਗ ਦੇ ਵਿੱਚ ਕਿਹੜੀ ਭਾਸ਼ਾ ਚੱਲਦੀ ਉਹ ਧਰਤੀ ਦੇ ਉੱਪਰ ਅਸੀਂ ਦੇਖਦੇ ਸੁਣਦੇ ਆ ਆਤਮਿਕ ਬੰਦੇ ਦੇ ਮੂੰਹ ਤੋਂ, ਉਹੀ ਭਾਸ਼ਾ ਉੱਥੇ ਚੱਲਣੀ ਆ। ਉਹ ਤੁਹਾਨੂੰ ਇੱਥੇ ਨਹੀਂ ਆਉਂਦੀ ਪਈ ਆ, ਇੱਥੇ ਤੁਹਾਡੇ ਉੱਪਰ ਨਹੀਂ ਉਤਰਦੀ ਪਈ ਆ, ਤੁਸੀਂ ਸਵਰਗ ਕਿੱਦਾਂ ਚਲੇ ਜਾਓਗੇ ਦੱਸੋ। ਕਿੰਨਾ ਸਾਨੂੰ ਹੁਣ ਨਵੇਂ ਸਾਲ ਦੇ ਵਿੱਚ ਵਰਕ ਕਰਨ ਦੀ ਜ਼ਰੂਰਤ ਆ, ਕਿੰਨਾ ਸਾਨੂੰ ਨਵੇਂ ਸਾਲ ਦੇ ਵਿੱਚ ਹੁਣ ਕੰਮ ਕਰਨ ਦੀ ਜ਼ਰੂਰਤ ਆ ਆਤਮਿਕਤਾ ਦੇ ਵਿੱਚ। ਹਾਲੇਲੂਇਆ ਹਾਲੇਲੂਇਆ। ਕਹਿੰਦਾ ਜਿਹੜਾ ਹੇਠਾਂ ਦਾ ਆ ਉਹ ਹੇਠਾਂ ਦੀਆਂ ਗੱਲਾਂ ਦੇ ਉੱਤੇ ਮਨ ਲਾਉਂਦਾ, ਜਿਹੜਾ ਉਤਾਹਾਂ ਦਾ ਆ ਉਹ ਉਤਾਹਾਂ ਦੀਆਂ ਗੱਲਾਂ ਦੇ ਉੱਤੇ ਮਨ ਲਗਾਉਂਦਾ ਆ। ਬੋਲੋ ਹਾਲੇਲੂਇਆ ਹਾਲੇਲੂਇਆ। ਕਹਿੰਦਾ ਜਿੱਥੇ ਮਸੀਹ ਪਰਮੇਸ਼ਵਰ ਦੇ ਸੱਜੇ ਪਾਸੇ ਬੈਠਾ ਹੋਇਆ ਆ। ਹੁਣ ਅੱਗੇ ਲਿਖਿਆ ਕਹਿੰਦਾ ਉਤਾਹਾਂ ਦੀਆਂ ਗੱਲਾਂ ਦੇ ਉੱਤੇ ਚਿੱਤ ਲਾਓ, ਨਾ ਉਹਨਾਂ ਉੱਤੇ ਜਿਹੜੀਆਂ ਧਰਤੀ ਉੱਪਰ ਹਨ, ਕਿਉਂ ਜੋ ਤੁਸੀਂ ਮੋਏ ਅਤੇ ਤੁਹਾਡਾ ਜੀਵਨ ਮਸੀਹ ਦੇ ਨਾਲ ਪਰਮੇਸ਼ਵਰ ਦੇ ਵਿੱਚ ਗੁਪਤ ਹੋਇਆ ਆ। ਅੱਜ ਕਿਸੇ ਨੇ ਬਪਤਿਸਮਾ ਲਿਆ, ਅੱਜ ਕਿਸੇ ਨੇ ਪਵਿੱਤਰ ਆਤਮਾ ਪਾਇਆ, ਉਹਦੇ ਮੱਥੇ ਤੇ ਨਹੀਂ ਲਿਖਿਆ ਹੋਇਆ। ਕੀ ਮੈਂ ਸੱਚ ਬੋਲਦਾ? ਅਗਰ ਕਿਸੇ ਨੇ ਬਪਤਿਸਮਾ ਲਿਆ, ਅਗਰ ਕਿਸੇ ਨੇ ਪਵਿੱਤਰ ਆਤਮਾ ਪਾਇਆ, ਉਹਦੇ ਮੱਥੇ ਤੇ ਨਹੀਂ ਲਿਖਿਆ ਉਹ ਕਿੰਨਾ ਕੁ ਧਾਰਮਿਕਤਾ ਦੇ ਵਿੱਚ ਚੱਲਦਾ, ਉਹ ਕਿੰਨਾ ਕੁ ਧਰਮੀ ਹੈ, ਉਹਦੇ ਮੱਥੇ ਤੇ ਲਿਖਿਆ ਨਹੀਂ ਜਾਂਦਾ। ਔਰ ਅੱਗੇ ਬਾਈਬਲ ਕੀ ਕਹਿੰਦਾ ਆ, ਸੁਣਨਾ ਬੜੇ ਧਿਆਨ ਦੇ ਨਾਲ। ਕਹਿੰਦਾ ਕਿਉਂ ਜੋ ਤੁਸੀਂ ਮਰੇ ਅਤੇ ਤੁਹਾਡਾ ਜੀਵਨ ਮਸੀਹ ਦੇ ਨਾਲ ਪਰਮੇਸ਼ਵਰ ਦੇ ਵਿੱਚ ਗੁਪਤ ਹੋਇਆ ਆ। ਜਿਸ ਵੇਲੇ ਮਸੀਹ ਜੋ ਸਾਡਾ ਜੀਵਨ ਹੈ ਪ੍ਰਗਟ ਕੀਤਾ ਜਾਵੇਗਾ, ਉਸ ਵੇਲੇ ਤੁਸੀਂ ਵੀ ਉਹਦੇ ਨਾਲ ਤੇਜ ਦੇ ਵਿੱਚ ਪ੍ਰਗਟ ਕੀਤੇ ਜਾਓਗੇ। ਬੋਲੋ ਹਾਲੇਲੂਇਆ ਹਾਲੇਲੂਇਆ। ਹਾਲੇਲੂਇਆ ਹਾਲੇਲੂਇਆ। ਉਦੋਂ ਪਤਾ ਲੱਗਣਾ ਕਿਹੜਾ ਇਮਾਨਦਾਰ ਆ, ਕਿਹੜਾ ਵਫਾਦਾਰ ਆ, ਕਿੰਨੇ ਕੁਰਬਾਨੀਆਂ ਦਿੱਤੀਆਂ ਆ। ਯਿਸੂ ਮਸੀਹ ਨੇ ਤੁਹਾਡੇ ਮੇਰੇ ਲਈ ਕੁਰਬਾਨੀ ਦਿੱਤੀ ਆ। ਉਹਨੇ ਕੋੜੇ ਖਾਦੇ, ਹੱਥਾਂ ਪੈਰਾਂ 'ਚ ਕਿਲ ਟਕਵਾਇਆ ਆ, ਕੰਡਿਆਂ ਦਾ ਤਾਜ ਪਾਇਆ ਆ। ਅੱਜ ਬਾਰੀ ਸਾਡੀ ਆ ਕੁਰਬਾਨੀ ਦੇਣ ਦੀ। ਸਾਨੂੰ ਕੰਡਿਆਂ ਦਾ ਤਾਜ ਪਾਉਣ ਦੀ ਲੋੜ ਨਹੀਂ ਆ, ਸਾਨੂੰ ਪਾਪ ਛੱਡਣ ਦੀ ਲੋੜ ਆ। ਸਾਨੂੰ ਹੱਥਾਂ ਪੈਰਾਂ 'ਚ ਕਿਲ ਟਕਵਾਉਣ ਦੀ ਲੋੜ ਨਹੀਂ ਆ, ਸਾਨੂੰ ਹੱਥਾਂ ਦੁਆਰਾ ਕੀਤੇ ਪਾਪ ਛੱਡਣ ਦੀ ਲੋੜ ਆ। ਸਾਨੂੰ ਪੈਰਾਂ 'ਚ ਕਿਲ ਟਕਵਾਉਣ ਦੀ ਲੋੜ ਨਹੀਂ ਆ, ਪੈਰ ਜਿਹੜੇ ਪਾਪ ਦੀ ਵੱਲ ਦੌੜਦੇ ਜਾਂਦੇ ਉਹਨਾਂ ਨੂੰ ਕੱਟਣ ਦੀ ਲੋੜ ਆ। ਬੋਲੋ ਹਾਲੇਲੂਇਆ ਹਾਲੇਲੂਇਆ। ਪੇਟ ਦੀਆਂ ਇੰਦਰੀਆਂ ਦੇ ਵਿੱਚ ਸਾਨੂੰ ਮੇਜ਼ਾ ਮਰਵਾਉਣ ਦੀ ਲੋੜ ਨਹੀਂ ਆ, ਜਿੱਦਾਂ ਯਿਸੂ ਮਸੀਹ ਨੇ ਮਰਵਾਇਆ। ਪਰ ਅੱਜ ਸਾਡੀ ਕੁਰਬਾਨੀ ਕੀ ਆ? ਇੰਦਰੀਆਂ ਜੋ ਸਾਨੂੰ ਪਾਪ ਦੇ ਲਈ, ਵਿਭਚਾਰ ਦੇ ਲਈ, ਸਰੀਰਕ ਅਭਿਲਾਸ਼ਾਵਾਂ ਲਈ ਜੋ ਤੰਗ ਕਰਦੀਆਂ ਆ, ਉਹਨੂੰ ਰੱਦ ਕਰਨ ਦੀ ਜ਼ਰੂਰਤ ਆ। ਬੋਲੋ ਹਾਲੇਲੂਇਆ ਹਾਲੇਲੂਇਆ। ਹਾਲੇਲੂਇਆ ਹਾਲੇਲੂਇਆ। ਕੰਡਿਆਂ ਦਾ ਤਾਜ ਹੁਣ ਅਸੀਂ ਪਾਣਾ ਨਹੀਂ ਆ, ਹੁਣ ਅਸੀਂ ਸਿਰ ਦੇ ਵਿੱਚੋਂ ਕੀ ਕਰਨਾ? ਜੋ ਮਾੜੀਆਂ ਸੋਚਾਂ, ਮਾੜੇ ਖਿਆਲ, ਮਾੜਾ ਇਮੇਜਿਨੇਸ਼ਨ ਜਿਹੜਾ ਆ, ਉਹਨੂੰ ਅਸੀਂ ਡਿਲੀਟ ਕਰ ਦੇਣਾ ਆ ਆਪਣੇ ਬ੍ਰੇਨ ਦੇ ਵਿੱਚੋਂ। ਬ੍ਰੇਨ ਦੇ ਵਿੱਚੋਂ ਜੋ ਮੰਦਭਾਗੀਆਂ ਸੋਚਾਂ, ਖਿਆਲ ਜਿਹੜੇ ਸਾਡੇ ਦਿਮਾਗ ਦੇ ਵਿੱਚ ਆਉਂਦੇ ਆ, ਯਿਸੂ ਮਸੀਹ ਨੇ ਕੰਡਿਆਂ ਦਾ ਤਾਜ ਇਸੇ ਲਈ ਪਾਇਆ ਕਿ ਤੁਸੀਂ ਉਹ ਤੋਂ ਛੁਟਕਾਰਾ ਪਾ ਲਓ। ਬੋਲੋ ਹਾਲੇਲੂਇਆ ਹਾਲੇਲੂਇਆ। 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 ਕਹਿੰਦਾ ਫਿਰ ਉਸ ਦਿਨ ਜਿਸ ਦਿਨ ਯਿਸੂ ਮਸੀਹ ਨੇ ਪ੍ਰਗਟ ਹੋਣਾ ਆ ਬੱਦਲਾਂ ਦੇ ਉੱਤੇ, ਕਹਿੰਦਾ ਉਸ ਦਿਨ ਫਿਰ ਤੁਸੀਂ ਵੀ ਉਹਦੇ ਨਾਲ ਉਜਾਗਰ ਕੀਤੇ ਜਾਓਗੇ। ਬੋਲੋ ਹਾਲੇਲੂਇਆ ਹਾਲੇਲੂਇਆ। ਉਦੋਂ ਪਤਾ ਲੱਗਣਾ ਕਿ ਇਹਨੇ ਪਵਿੱਤਰ ਆਤਮਾ ਪਾਇਆ, ਉਦੋਂ ਪਤਾ ਲੱਗਣਾ ਕਿ ਇਹਨੇ 2 ਬਪਤਿਸਮੇ ਲਏ ਆ, ਪਾਣੀ ਵਾਲਾ ਤੇ ਅੱਗ ਵਾਲਾ। ਉਸ ਦਿਨ ਪਤਾ ਲੱਗੇਗਾ ਜਦੋਂ ਅਸੀਂ ਉਤਾਹਾਂ ਉਠਾਏ ਜਾਣਾ। ਇਮਾਨਦਾਰ ਲੋਕਾਂ ਨੇ ਏਦਾਂ ਹੀ ਬੈਠੇ ਬੈਠੇ ਉਤਾਹਾਂ ਚਲੇ ਜਾਣਾ ਸੀ, ਉਤਾਹਾਂ ਉਠਾਈ ਲੈ ਜਾਣਾ ਅਸੀਂ ਬਦਲਾਂ ਦੇ ਉੱਪਰ। ਲੋਕ ਸਾਨੂੰ ਦੇਖਣਗੇ ਉਤਾਹਾਂ ਜਾਂਦੇ। ਯਿਸੂ ਮਸੀਹ ਨੇ ਕਹਿੰਦੇ ਫੌਜਾਂ ਦੇ ਨਾਲ ਆਣਾ, ਆਪਣੇ ਦੂਤਾਂ ਦੀਆਂ ਫੌਜਾਂ ਦੇ ਨਾਲ ਆਪਣੇ ਇਮਾਨਦਾਰ ਲੋਕਾਂ ਨੂੰ ਲੈਣ ਦੇ ਲਈ ਆਣਾ ਹੈ। ਹੁਣ ਅਸੀਂ 2022 ਦੇ ਵਿੱਚ ਇਮਾਨਦਾਰੀ ਦੇ ਵਿੱਚ ਜਾਣਾ ਹੈ। ਅਸੀਂ ਹੁਣ ਟਾਈਮ ਪਾਸ ਨਹੀਂ ਕਰਨਾ, ਸਮਾਂ ਬਹੁਤ ਥੋੜਾ ਰਹਿ ਗਿਆ। ਸਾਡੇ ਪਿਓ ਦਾਦੇ ਵੀ ਆਖਦੇ ਆਏ ਆ, ਬਜ਼ੁਰਗ ਪਾਸਟਰ ਵੀ ਆਖਦੇ ਖੁਦਾ ਦੇ ਕੋਲੋਂ ਚਲੇ ਗਏ ਆ। ਅੱਜ ਦੇ ਪਾਸਟਰ ਵੀ ਇਹੀ ਬੋਲਦੇ ਪਿਆ, ਸਮਾਂ ਬਹੁਤ ਥੋੜਾ ਰਹਿ ਗਿਆ। ਪਰ ਅੱਜ ਮੈਂ ਤੁਹਾਨੂੰ ਡਿਕਲੇਅਰ ਕਰਦਾ, ਅੱਜ ਮੈਂ ਤੁਹਾਨੂੰ ਦੱਸਦਾ ਕਲੀਅਰਲੀ ਕਿ ਸਮਾਂ ਵਾਕਈ ਬਹੁਤ ਥੋੜਾ ਰਹਿ ਗਿਆ। ਕਿਉਂਕਿ ਜਦੋਂ ਉਹ ਦੱਸਦੇ ਸੀਗੇ ਉਦੋਂ ਪਾਪ ਇੰਨਾ ਵਧੀਆ ਨਹੀਂ ਸੀਗਾ, ਪਰ ਅੱਜ ਪਾਪ ਬਹੁਤ ਵੱਧ ਗਿਆ। ਅੱਜ ਪਾਪ ਤੁਹਾਡੇ ਹੱਥਾਂ ਦੇ ਵਿੱਚ ਹੈ, ਤੁਹਾਡੀਆਂ ਜੇਬਾਂ ਦੇ ਵਿੱਚ ਹੈ, ਜੋ ਕਿ ਮੋਬਾਈਲ ਹੈ। ਅੱਜ ਪਾਪ ਜਿਹੜਾ ਆ ਪੂਰੇ ਵਿੱਤ ਦੇ ਉੱਪਰ ਪਹੁੰਚਿਆ ਪਿਆ। ਔਰ ਜਦੋਂ ਪਾਪ ਦੇ ਵਧਣ ਦੇ ਕਰਕੇ ਬਹੁਤਿਆਂ ਦੀ ਪ੍ਰੀਤ ਜਿਹੜੀ ਆ ਠੰਡੀ ਪੈ ਜਾਣੀ ਆ। ਬਾਈਬਲ ਏਦਾਂ ਕਹਿੰਦਾ ਜਦੋਂ ਮਨੁੱਖ ਦਾ ਪੁੱਤਰ ਬਦਲਾਂ ਦੇ ਉੱਪਰ ਆਏਗਾ ਕਿ ਉਹ ਮਨੁੱਖ ਦੇ ਅੰਦਰ ਨਿਸ਼ਚਾ ਪਾਏਗਾ, ਜੋ ਨਿਸ਼ਚਾ ਦੇ ਵਿੱਚ ਉਹਨੇ ਉਹਨੂੰ ਚੁਣਿਆ ਸੀਗਾ, ਜੋ ਨਿਸ਼ਚਾ ਉਹਨੇ ਉਹਨੂੰ ਬਖਸ਼ੀ ਸੀ, ਕਿ ਉਹਨੇ ਉਹਦੇ ਵਿੱਚ ਵਾਅਦਾ ਕੀਤਾ। ਜੇ ਤੋੜੇ ਦੇ ਵਿੱਚ ਵਾਅਦਾ ਨਹੀਂ ਕਰਾਂਗੇ ਤਾਂ ਕੁਝ ਵੀ ਨਹੀਂ ਹੋਣਾ। ਜੇ ਤੋੜੇ ਨੂੰ ਵਧਾਉਣ ਦੀ ਕੋਸ਼ਿਸ਼ ਨਹੀਂ ਕਰੋਗੇ ਤੇ ਅਸੀਂ ਪਰਮੇਸ਼ਰ ਦੇ ਕੋਲੋਂ ਬਰਕਤ ਨਹੀਂ ਪਾ ਸਕਦੇ। ਸੁਣੋ ਬੜੇ ਧਿਆਨ ਦੇ ਨਾਲ, ਬੋਲੋ ਹਾਲੇਲੂਇਆ ਹਾਲੇਲੂਇਆ। 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 ਅੱਗੇ ਜਦੋਂ ਅਸੀਂ ਪੜਾਂਗੇ 2 ਕੁਰਿੰਥੀਆਂ ਦਾ ਪੁਸਤਕ ਉਹਦਾ 5 ਨੰਬਰ ਅਧਿਆਇ ਉਹਦਾ 17 ਨੰਬਰ ਪੰਕਤੀ, ਉਹਦੇ ਵਿੱਚ ਏਦਾਂ ਲਿਖਿਆ ਆ। ਮੈਂ ਪੜ੍ਹ ਦਿੰਦਾ ਆ ਬਟ ਫਿਰ ਤੁਹਾਨੂੰ ਐਕਸਪਲੇਨ ਕਰਦਾ ਆ। ਬਹੁਤ ਅੱਛੀਆਂ, ਬਹੁਤ ਫੇਮਸ ਵਰਸ ਆ। ਜਦੋਂ ਅਸੀਂ 2 ਕੁਰਿੰਥੀਆਂ ਦਾ ਪੁਸਤਕ ਉਹਦਾ 5 ਨੰਬਰ ਅਧਿਆਇ ਉਹਦਾ 17 ਨੰਬਰ ਪੰਕਤੀ ਪੜ੍ਹਦੇ ਚ ਲਿਖਿਆ, ਕਹਿੰਦੇ ਸੋ ਜੇ ਕੋਈ ਮਸੀਹ ਦੇ ਵਿੱਚ ਹੈਗਾ ਆ ਤੇ ਉਹ ਕੀ ਆ?
ਕੀ ਆ? ਕੀ ਆ? ਨਵੀਂ ਸ੍ਰਿਸ਼ਟੀ। ਜੇ ਕੋਈ ਮਸੀਹ, ਕੀ ਤੁਸੀਂ ਮਸੀਹ ਚ ਆ? ਮੈਂ ਸਵਾਲ ਪੁੱਛਦਾ ਤੁਹਾਨੂੰ, ਕੀ ਤੁਸੀਂ ਮਸੀਹ ਦੇ ਵਿੱਚ ਆ? ਤੇ ਫਿਰ ਆਪਾਂ ਕੀ ਆ? ਨਵੀਂ ਸ੍ਰਿਸ਼ਟੀ ਆ। ਨਵੀਂ ਸ੍ਰਿਸ਼ਟ, ਅਸੀਂ ਨਵੇਂ ਹੁੰਦੇ ਜਾਣਾ ਆ। ਹਰ ਰੋਜ਼ ਅਸੀਂ ਨਵੇਂ ਹੁੰਦੇ ਜਾਣਾ ਆ। ਪ੍ਰਾਰਥਨਾ ਦੇ ਵਿੱਚ ਕੁਝ ਨਵਾਂ ਹਰ ਵਾਰ ਲੈਣਾ ਹੈ। ਮਤਲਬ ਟਾਈਮ ਪਾਸ ਕਰਨ ਵਾਲੀ ਪ੍ਰਾਰਥਨਾ ਨਹੀਂ ਕਰਨੀ। ਯਾਦ ਰੱਖਣਾ, ਇੱਧਰ ਦੇਖੋ ਮੇਰੇ ਵੱਲ। ਟਾਈਮ ਪਾਸ ਕਰਨ ਵਾਲੀ ਪ੍ਰਾਰਥਨਾ ਨਹੀਂ ਕਰਨੀ। ਉਹੀ ਰੱਟੇ ਰਟਾਏ ਸ਼ਬਦ ਨਹੀਂ ਬੋਲੀ ਜਾਣੇ ਸਵੇਰ ਦੀ ਪ੍ਰਾਰਥਨਾ ਦੇ ਵਿੱਚ, ਫਿਰ ਸ਼ਾਮ ਦੀ ਪ੍ਰਾਰਥਨਾ ਦੇ ਵਿੱਚ, ਫਿਰ ਦੁਪਹਿਰ ਦੀ ਪ੍ਰਾਰਥਨਾ। ਕੁਝ ਨਵਾਂ ਐਡ ਆਨ ਕਰਨ ਦੀ ਕੋਸ਼ਿਸ਼ ਕਰੋ। ਪ੍ਰਾਰਥਨਾ ਕਿਹੜੀ ਪ੍ਰਭਾਵਸ਼ਾਲੀ ਹੈ? ਜਿਹੜੀ ਵਚਨਾਂ ਦੇ ਨਾਲ ਕੀਤੀ ਜਾਂਦੀ ਹੈ। ਯਾਦ ਰੱਖਣਾ ਮੇਰੀ ਗੱਲ। ਪ੍ਰਾਰਥਨਾ ਉਹ ਪ੍ਰਭਾਵਸ਼ਾਲੀ ਆ, ਉਹ ਅਸਰਦਾਰ ਪ੍ਰਾਰਥਨਾ ਆ, ਉਹ ਅਨਸਰ ਲੈ ਕੇ ਆਉਣ ਵਾਲੀ ਪ੍ਰਾਰਥਨਾ ਜਿਹੜੀ ਵਚਨਾਂ ਦੇ ਨਾਲ ਕੀਤੀ ਜਾਂਦੀ ਹੈ। ਕਿ ਪ੍ਰਭੂ ਤੇਰੇ ਵਚਨ ਦੇ ਵਿੱਚ ਏਦਾਂ ਲਿਖਿਆ, ਮੈਂ ਕਲੇਮ ਕਰਦਾ ਆ, ਮੈਂ ਕਲੇਮ ਕਰਦੀ ਆ ਕਿ ਮੰਗਣ ਵਾਲੇ ਨੂੰ ਮਿਲਦਾ ਆ, ਕਿ ਮੰਗਣ ਵਾਲਾ ਪ੍ਰਾਪਤ ਕਰਦਾ ਆ, ਖਟਖਟਾਉਣ ਵਾਲੇ ਦੇ ਲਈ ਖੋਲਿਆ ਜਾਂਦਾ ਹੈ। ਏਦਾਂ ਅਗਰ ਤੁਸੀਂ ਵਚਨ ਦੇ ਵਿੱਚ ਉਹਦੀ ਪ੍ਰਾਰਥਨਾ ਕਰੋਗੇ ਤਾਂ ਉਹ ਵਚਨ ਦੀ ਪ੍ਰਾਰਥਨਾ ਜਿਹੜੀ ਤੁਹਾਨੂੰ ਨਵਾਂ ਬਣਾਉਂਦੀ ਜਾਏਗੀ। ਨਵਾਂ ਮਸਾ ਤੁਹਾਨੂੰ ਕਦੀ ਵੀ ਪੁਰਾਣੀਆਂ ਆਦਤਾਂ ਵੱਲ ਨਹੀਂ ਲੈ ਕੇ ਜਾਏਗਾ। ਅਗਰ ਨਵਾਂ ਮਸਾ ਤੁਹਾਨੂੰ ਮਿਲਦਾ ਪਿਆ ਆ, ਉਹ ਤੁਹਾਨੂੰ ਪੁਰਾਣੀਆਂ ਆਦਤਾਂ ਦੇ ਵਿੱਚ ਕਦੀ ਵੀ ਨਹੀਂ ਲੈ ਕੇ ਜਾਏਗਾ। ਅਗਰ ਤੁਸੀਂ ਨਵੇਂ ਮਸੇ ਨੂੰ ਨਹੀਂ ਪ੍ਰਾਪਤ ਕਰਦੇ ਪਏ ਆ ਤੇ ਉਹ ਫਿਰ ਤੁਹਾਨੂੰ ਬਾਰ-ਬਾਰ ਪੁਰਾਣੀਆਂ ਆਦਤਾਂ ਦੇ ਵਿੱਚ ਲੈ ਕੇ ਜਾਏਗਾ, ਤੁਹਾਨੂੰ ਬਾਰ-ਬਾਰ ਪੁਰਾਣੀਆਂ ਗੱਲਾਂ ਦੇ ਵਿੱਚ ਲੈ ਕੇ ਜਾਏਗਾ, ਤੁਹਾਨੂੰ ਬਾਰ-ਬਾਰ ਪੁਰਾਣੀ ਇਨਸਾਨੀਅਤ ਦੇ ਵਿੱਚ ਲੈ ਕੇ ਜਾਏਗਾ। ਬੋਲੋ ਹਾਲੇਲੂਇਆ, 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 ਹਾਲੇਲੂਇਆ। ਲਿਖਿਆ, ਸੋ ਜੇ ਕੋਈ ਮਸੀਹ ਦੇ ਵਿੱਚ ਆ, ਸੁਣੋ, ਡਿਸਟਰਬ ਨਾ ਕਰੋ। ਹਾਂ, ਕੋਈ ਗੱਲ ਨਹੀਂ, ਕੋਈ ਗੱਲ ਨਹੀਂ, ਉਹਨੂੰ ਵੀ ਵਚਨ ਸੁਣਨ ਦਿਓ, ਕੋਈ ਗੱਲ ਨਹੀਂ। ਸੁਣੋ ਬੜੇ ਧਿਆਨ ਦੇ ਨਾਲ, ਆਰਾਮ ਨਾਲ ਤੁਸੀਂ ਮੇਰੇ ਵੱਲ ਦੇਖੋ, ਕੁਝ ਨਹੀਂ ਹੁੰਦਾ। ਇਹ ਏਦਾਂ ਹੀ ਬਸ ਸ਼ੈਤਾਨ ਕਰਦਾ ਹੈ। ਜੇ ਤੁਸੀਂ ਇਹੀ ਨਹੀਂ ਚਾਲ ਨੂੰ ਸਮਝ ਪਾਏ ਤੇ ਜਿਹੜੀਆਂ ਸੱਚੀ ਚੱਲਣੀਆਂ ਉਹਨੇ ਉਹ ਕਿੱਥੋਂ ਚੱਲ ਪਾਣੀਆਂ? ਸਮਝ ਕਿੱਥੇ ਪਾਉਂਗੇ ਤੁਸੀਂ? ਆਰਾਮ ਨਾਲ ਬੈਠੇ ਰਹੋ, ਕੁਝ ਨਹੀਂ ਕਹਿਣਾ, ਕੁਝ ਨਹੀਂ ਕਹਿਣਾ, ਆਰਾਮ ਨਾਲ ਬੈਠੇ ਰਹੋ। ਸੁਣੋ, ਲਿਖਿਆ, ਸੋ ਜੇ ਕੋਈ ਮਸੀਹ ਦੇ ਵਿੱਚ ਆ ਤਾਂ ਉਹ ਨਵੀਂ ਸ੍ਰਿਸ਼ਟੀ ਆ, ਪੁਰਾਣੀਆਂ ਗੱਲਾਂ ਬੀਤ ਗਈਆਂ, ਵੇਖੋ ਉਹ ਨਵੀਆਂ ਹੋ ਗਈਆਂ। ਪੁਰਾਣੀਆਂ ਗੱਲਾਂ ਕੀ ਹੋ ਗਈਆਂ? ਬੀਤ ਗਈਆਂ। ਉਹ ਕੀ ਹੋ ਗਈਆਂ? ਹੁਣ ਨਵੀਆਂ। ਨਵੀਆਂ ਹੋ ਗਈਆਂ। ਪਾਪ ਹੁਣ ਨਵਾਂ ਨਹੀਂ ਹੋ ਜਾਣਾ, ਸਾਡਾ ਅਭਿਸ਼ੇਕ ਨਵਾਂ ਹੋਣਾ ਹੈ। ਸਾਡੇ ਉੱਪਰ ਜੋ ਅਨੋਇੰਟਿੰਗ ਹੈ ਉਹ ਡਬਲ ਹੋ ਜਾਣੀ ਹੈ ਯਿਸੂ ਮਸੀਹ ਦੇ ਨਾਮ 'ਚ। ਬੋਲੋ ਆਮੀਨ, ਆਮੀਨ, ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਹਾਲੇਲੂਇਆ। ਕਹਿੰਦਾ ਪੁਰਾਣੀਆਂ ਗੱਲਾਂ ਖਤਮ ਹੋ ਗਈਆਂ। ਹੁਣ ਗੁੱਸੇ ਦੇ ਵਿੱਚ ਜੋ ਪਾਪ ਹੁੰਦੇ ਉਹ ਖਤਮ ਹੋ ਗਏ ਆ, ਬੋਲਣ ਦੁਆਰਾ ਜੋ ਪਾਪ ਹੁੰਦੇ ਉਹ ਖਤਮ ਹੋ ਗਿਆ, ਜੋ ਦੇਖਣ ਦੁਆਰਾ ਪਾਪ ਹੁੰਦੇ ਉਹ ਖਤਮ ਹੋ ਗਿਆ, ਫਿਨਿਸ਼ ਹੋ ਗਿਆ, ਜ਼ੀਰੋ ਹੋ ਗਿਆ। ਉਹ ਕਹਿੰਦਾ ਦੇਖੋ ਹੁਣ ਤੁਸੀਂ ਨਵੇਂ ਹੋ ਗਏ, ਹੁਣ ਤੁਹਾਨੂੰ ਨਵਾਂ ਅਭਿਸ਼ੇਕ ਮਿਲਣਾ, ਨਵਾਂ ਮਸਾ ਮਿਲਣਾ, ਨਵੀਂ ਅਨੋਇੰਟਿੰਗ ਤੁਹਾਨੂੰ ਮਿਲਣੀ ਆ ਖੁਦਾ ਬੰਦੇ ਕੋਲੋਂ ਨਵੇਂ ਸਾਲ ਦੇ ਵਿੱਚ। ਜੇ ਨਵਾਂ ਸਾਲ ਹੈ ਤੇ ਸਭ ਕੁਝ ਨਵਾਂ ਹੋਣਾ ਚਾਹੀਦਾ। ਬੋਲੋ ਹਾਲੇਲੂਇਆ, 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 ਹਾਲੇਲੂਇਆ। ਕਿੰਨੇ ਸਮਝ ਪਾ ਰਹੇ? ਹੁਣ ਜਦੋਂ ਅਸੀਂ ਨੈਕਸਟ ਵਰਸ ਦੇ ਵਿੱਚ ਜਾਣਾ, ਫਿਲੀਪੀਆਂ ਦਾ ਪੁਸਤਕ ਉਹਦਾ 3 ਨੰਬਰ ਦੇ ਵਿੱਚ ਅਸੀਂ ਫਿਰ ਜਾਣਾ ਆ। ਖੋਲੋ ਜਲਦੀ ਮੇਰੇ ਨਾਲ, ਫਿਲੀਪੀਆਂ ਦਾ ਪੁਸਤਕ, ਉੱਥੇ ਹੀ ਆ ਜਾਈਏ ਜਿੱਥੋਂ ਆਪਾਂ ਸ਼ੁਰੂ ਕੀਤਾ ਸੀ। ਫਿਲੀਪੀਆਂ ਦਾ ਪੁਸਤਕ ਉਹਦਾ 3 ਨੰਬਰ ਅਧਿਆਇ, ਉਹਦਾ 7 ਔਰ 8 ਨੰਬਰ ਪੰਕਤੀ। ਸੁਣਨਾ ਬੜੇ ਧਿਆਨ ਦੇ ਨਾਲ। ਨਵੇਂ ਸਾਲ ਦੇ ਵਿੱਚ ਅਸੀਂ ਕੁਝ ਖੱਟਣਾ ਆ, ਨਵੇਂ ਸਾਲ ਦੇ ਵਿੱਚ ਅੱਜ ਅਸੀਂ ਕੁਝ ਪ੍ਰਾਪਤ ਕਰਨਾ ਆ। ਕੀ ਪ੍ਰਾਪਤ ਕਰਨਾ ਆ? ਸੁਣੋ ਬੜੇ ਧਿਆਨ ਦੇ ਨਾਲ। ਜਦੋਂ ਅਸੀਂ ਫਿਲੀਪੀਆਂ ਦਾ ਪੁਸਤਕ ਉਹਦਾ 3 ਨੰਬਰ ਅਧਿਆਇ, ਉਹਦਾ 7 ਔਰ 8 ਨੰਬਰ ਪੰਕਤੀ ਪੜ੍ਹਦੇ ਹਾਂ। ਲਿਖਿਆ, ਪਰ ਜਿਹੜੀਆਂ ਗੱਲਾਂ ਮੇਰੇ ਲਾਭ ਦੀਆਂ ਹਨ, ਮੈਂ ਉਹਨਾਂ ਨੂੰ ਮਸੀਹ ਦੇ ਕਾਰਨ ਹਾਨੀ ਦੀਆਂ ਸਮਝਦਾ ਆ। ਬੋਲੋ ਹਾਲੇਲੂਇਆ, 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 ਹਾਲੇਲੂਇਆ। ਸੰਤ ਪੌਲੁਸ ਕਹਿੰਦੇ ਆ, ਜਿਹੜੀਆਂ ਗੱਲਾਂ ਮੇਰੇ ਲਈ ਲਾਭਦਾਇਕ ਹਨ, ਜਿੱਦਾਂ ਅੱਜ ਅਸੀਂ ਆਪਣੀ ਸੁਵਿਧਾ ਦੇ ਲਈ ਮੋਬਾਈਲ ਫੋਨ ਰੱਖੇ ਹੋਏ ਆ, ਆਪਣੀ ਸੁਵਿਧਾ ਦੇ ਲਈ ਇੰਟਰਨੈਟ ਨੂੰ ਰੱਖਿਆ ਹੋਇਆ ਆ, ਸੁਵਿਧਾ ਦੇ ਲਈ ਸੰਸਾਰਿਕ ਟੈਕਨੋਲੋਜੀ ਨੂੰ ਰੱਖਿਆ ਹੋਇਆ ਆ। ਸੰਤ ਪੌਲ ਉਸ ਸਮੇਂ ਕੀ ਗੱਲ ਕਹਿੰਦੇ ਪਏ ਆ ਕਿ ਜਿਹੜੀਆਂ ਗੱਲਾਂ ਮੇਰੇ ਲਈ ਲਾਭਦਾਇਕ ਹਨ, ਪਰ ਮਸੀਹ ਦੇ ਕਾਰਨ ਉਹ ਮੇਰੇ ਲਈ ਕੀ ਆ? ਹਾਨੀ ਦੀਆਂ ਆ। ਸੁਣੋ ਬੜੇ ਧਿਆਨ ਦੇ ਨਾਲ, ਵਚਨ 'ਚ ਕਿੱਦਾਂ ਲਿਖਿਆ। ਕਹਿੰਦੇ, ਪਰ ਜਿਹੜੀਆਂ ਗੱਲਾਂ ਮੇਰੇ ਲਾਭ ਦੀਆਂ ਹਨ, ਮੈਂ ਉਹਨਾਂ ਨੂੰ ਮਸੀਹ ਦੇ ਕਾਰਨ ਹਾਨ ਦੀਆਂ ਸਮਝਦਾ ਆ। ਮਤਲਬ ਹਾਨੀ ਦੀਆਂ, ਨੁਕਸਾਨਦੇਹ ਸਮਝਦਾ ਹੈ। ਨੁਕਸਾਨਦਾਇਕ ਉਹਨਾਂ ਨੂੰ ਮੈਂ ਸਮਝਦਾ ਮਸੀਹ ਦੇ ਕਾਰਨ, ਮਸੀਹ ਜੋ ਵਧਣ ਦੇ ਕਾਰਨ, ਕਿਉਂਕਿ ਉਹ ਵਧਣ ਦੇ ਵਿੱਚ ਬਹੁਤ ਵੱਡੀ ਰੁਕਾਵਟ ਆ।
ਅੱਜ ਦਾ ਟੀਵੀ, ਅੱਜ ਦਾ ਮੋਬਾਈਲ, ਅੱਜ ਦਾ ਇੰਟਰਨੈਟ, ਅੱਜ ਦੇ ਇਨਸਾਨ, ਅੱਜ ਦੇ ਯਾਰ ਦੋਸਤ, ਅੱਜ ਦੀ ਸੰਗਤੀ ਮਾੜੀ, ਇਹ ਸਭ ਮਸੀਹ ਦੇ ਵਿੱਚ ਅੱਗੇ ਵਧਣ ਤੋਂ, ਮੈਨੂੰ ਨਵਾਂ ਬਣਨ ਦੇ ਵਿੱਚ ਸਭ ਤੋਂ ਵੱਡੀ ਰੁਕਾਵਟ ਹੈ। ਕੀ ਮੈਂ ਸੱਚ ਬੋਲਦਾ? ਕਲੀਸਿਆ, ਮੈਂ ਸੱਚ ਬੋਲਦਾ? ਹਾਂਜੀ। ਬੋਲੋ ਹਾਲੇਲੂਇਆ। ਹਾਲੇਲੂਇਆ। ਕਹਿੰਦਾ ਉਹਨਾਂ ਨੂੰ ਮਸੀਹ ਦੇ ਕਾਰਨ ਮੈਂ ਹਾਨ ਦੀਆਂ ਸਮਝਦਾ, ਬਰਾਬਰ ਦੀਆਂ ਨਹੀਂ, ਹਾਨ ਦੀਆਂ ਮਤਲਬ ਹਾਨੀ ਦੀਆਂ, ਨੁਕਸਾਨਦਾਇਕ ਸਮਝਦਾ ਹਾਂ ਮੈਂ। ਜੇ ਮੈਂ ਨਵਾਂ ਹੋਣਾ ਆ ਤੇ ਮੈਂ ਉਹਨਾਂ ਨੂੰ ਦੂਰ ਕਰਨਾ ਆਪਣੇ ਤੋਂ, ਆਪਣੇ ਨਾਲ ਨਹੀਂ ਚਿੰਬੇੜ ਲੈਣੀਆਂ। ਕਿੰਨੇ ਸਮਝ ਪਾ ਰਹੇ? ਆਪਣੇ ਨਾਲ ਜੋੜ ਨਹੀਂ ਲੈਣੀਆਂ। ਆਤਮਿਕ ਬੰਦਾ ਜਦੋਂ ਆਪਣੀ ਆਤਮਿਕ ਜ਼ਿੰਦਗੀ ਦੀ ਰਾਖੀ ਕਰੇਗਾ ਨਾ, ਉਹ ਕਿੱਦਾਂ ਰਾਖੀ ਕਰੇਗਾ? ਜੋ ਉਹਦੀ ਜ਼ਿੰਦਗੀ ਚੋਂ ਜਾ ਰਿਹਾ ਆ ਉਹਦੇ ਬਾਰੇ ਸੋਚੇਗਾ ਕਿ ਇਹ ਕਿਉਂ ਜਾ ਰਿਹਾ ਔਰ ਇਹਦੇ ਜਾਣ ਦੇ ਨਾਲ ਮੇਰਾ ਫਾਇਦਾ ਆ ਆਤਮਿਕ ਜਾਂ ਨੁਕਸਾਨ ਹੈ। ਜੋ ਉਹਦੀ ਜ਼ਿੰਦਗੀ ਦੇ ਵਿੱਚ ਆ ਰਿਹਾ ਆ ਉਹ ਉਹਦੇ ਬਾਰੇ ਵੀ ਸੋਚੇਗਾ ਕਿ ਇਹਦੇ ਆਉਣ ਦੇ ਨਾਲ ਜਾਂ ਆ ਵਸਤੂ ਆ, ਟੈਕਨੋਲੋਜੀ ਜਾਂ ਇਨਸਾਨ ਆ, ਇਹਦੇ ਆਉਣ ਦੇ ਨਾਲ ਮੇਰੇ ਆਤਮਿਕ ਜੀਵਨ ਤੇ ਪ੍ਰਭਾਵ ਤਾਂ ਨਹੀਂ ਪੈ ਰਿਹਾ। ਆਤਮਿਕ ਬੰਦਾ ਜਦੋਂ ਆਪਣੀ ਆਤਮਿਕ ਜ਼ਿੰਦਗੀ ਦੀ ਰਾਖੀ ਕਰੇਗਾ ਉਹ ਇਹਨਾਂ ਗੱਲਾਂ ਦੇ ਉੱਪਰ ਵਿਚਾਰ ਕਰੇਗਾ। ਪਰ ਅੱਜ ਦਾ ਇਨਸਾਨ ਜਿਹੜਾ ਆ ਬਸ ਉਹ ਟਾਈਮ ਪਾਸ ਕਰਨ ਵਾਲਾ ਰਹਿ ਗਿਆ। ਬਸ ਦੁਆ ਦੇ ਵਿੱਚ ਬੈਠੇ ਆ ਤੇ ਤਾੜੀ ਮਾਰ ਲਈ ਆ, ਦੋ ਤਿੰਨ ਸ਼ਬਦ ਜਿਹੜੇ ਆਤਮਿਕ ਬੋਲ ਲਏ ਆ ਤੇ ਬਸ ਉਹਨੂੰ ਲੱਗਦਾ ਕਿ ਮੈਂ ਠੀਕ ਆ। ਹਰ ਵਾਰ ਨਵਾਂ ਹੋਣਾ ਚਾਹੀਦਾ, ਕੁਝ ਹਰ ਵਾਰ ਨਵਾਂ ਤੁਹਾਨੂੰ ਹਾਸਲ ਹੋਣਾ ਚਾਹੀਦਾ ਆ ਖੁਦਾ ਦੇ ਕੋਲੋਂ, ਚਾਹੇ ਉਹ ਸਵਰਗੀ ਭਾਸ਼ਾ ਆ, ਚਾਹੇ ਤੁਹਾਡੀ ਦੁਆ ਦੇ ਸ਼ਬਦ ਆ, ਚਾਹੇ ਤੁਸੀਂ ਪ੍ਰਾਰਥਨਾ ਦੇ ਵਿੱਚ ਵਚਨ ਦੇ ਦੁਆਰਾ ਪ੍ਰਾਰਥਨਾ ਬੋਲਦੇ ਆ, ਹਰ ਵਾਰ ਕੁਝ ਨਵਾਂ ਐਡ ਆਨ ਹੋਣਾ ਚਾਹੀਦਾ ਆ। ਬੋਲੋ ਹਾਲੇਲੂਇਆ। ਹਾਲੇਲੂਇਆ। ਕਿੰਨੇ ਸਮਝ ਪਾਏ? ਕਹਿੰਦਾ ਜੋ ਕੁਝ ਮੇਰੀ ਜ਼ਿੰਦਗੀ ਦੇ ਵਿੱਚ ਹੈਗਾ ਲਾਭਦਾਇਕ ਵੀ ਆ, ਪਰ ਮਸੀਹ ਦੇ ਕਾਰਨ ਕਹਿੰਦਾ ਮੈਂ ਉਹਨੂੰ ਹਾਨੀ ਦੀਆਂ ਸਮਝਦਾ, ਕਿਉਂਕਿ ਉਹ ਰੁਕਾਵਟ ਪੈਦਾ ਕਰਦੀ ਆ। ਅੱਜ ਮੋਬਾਈਲ ਕੀ ਕਰਦਾ ਹੈ? ਕਰਦਾ ਕੁਝ ਨਹੀਂ, ਉਸ ਸਮੇਂ ਚ ਰੋਂਦਾ। ਬਾਈਬਲ ਕਹਿੰਦਾ ਸ਼ੈਤਾਨ ਆਇਆ ਘਾਤ ਕਰਨ ਦੇ ਲਈ ਤੇ ਚੋਰੀ ਕਰਨ ਦੇ ਲਈ। ਜਿਹੜਾ ਮੋਬਾਈਲ ਆ, ਟੀਵੀ ਸੀਰੀਅਲ ਆ, ਕਿਸੇ ਇਨਸਾਨ ਦੇ ਵਿੱਚੋਂ ਦੀ ਉਹ ਆ ਜਾਂਦਾ ਹੈ ਕੀ ਕਰਨ ਦੇ ਲਈ? ਸਾਡਾ ਸਮੇਂ ਚੁਰਾਉਣ ਦੇ ਲਈ। ਕਿਹੜਾ ਸਮੇਂ? ਜਿਹੜਾ ਪ੍ਰਾਰਥਨਾ ਦਾ ਹੈ। ਕਿਹੜਾ ਸਮੇਂ? ਜਿਹੜਾ ਬਾਈਬਲ ਪੜ੍ਹਨ ਦਾ ਹੈ। ਕਿਹੜਾ ਸਮੇਂ? ਜਿਹਦੇ ਵਿੱਚ ਤਰੱਕੀ ਕਰਨੀ ਹੈ। ਉਹ ਵਾਲਾ ਸਮੇਂ ਉਹ ਚੁਰਾਉਣ ਆ ਜਾਂਦਾ ਹੈ। ਫਿਰ ਸਾਡਾ ਉਹ ਜਿਹੜਾ ਸਮੇਂ ਨਿਕਲ ਜਾਂਦਾ ਜਿਹਦੇ ਵਿੱਚ ਅਸੀਂ ਆਸ਼ੀਸ਼ ਲੈਣੀ ਸੀ, ਜਿਹਦੇ ਵਿੱਚ ਅਸੀਂ ਬਰਕਤ ਲੈਣੀ ਸੀ। ਬੋਲੋ ਹਾਲੇਲੂਇਆ। ਹਾਲੇਲੂਇਆ। ਅੱਗੇ ਲਿਖਿਆ ਕਹਿੰਦਾ ਸਗੋਂ ਮਸੀਹ ਯਿਸੂ ਆਪਣੇ ਪ੍ਰਭੂ ਦੇ ਗਿਆਨ ਦੀ ਉੱਤਮਤਾਈ ਦੇ ਕਾਰਨ ਸਾਰੀਆਂ ਗੱਲਾਂ ਨੂੰ ਮੈਂ ਕਹਿੰਦਾ ਹਾਨੀ ਦੀਆਂ ਸਮਝਦਾ ਹੈ। ਮੈਂ ਫਿਰ ਤੋਂ ਪੜਦਾ, ਸੁਣਨਾ ਬੜੇ ਧਿਆਨ ਦੇ ਨਾਲ। ਕਹਿੰਦਾ ਸਗੋਂ ਮਸੀਹ ਯਿਸੂ ਆਪਣੇ ਪ੍ਰਭੂ ਦੇ ਗਿਆਨ ਦੀ ਉੱਤਮਤਾਈ ਦੇ ਕਾਰਨ, ਅਸੀਂ ਬਾਈਬਲ ਦੇ ਵਿੱਚੋਂ ਗਿਆਨ ਨੂੰ ਹਾਸਲ ਕਰਦੇ ਹਾਂ, ਅਸੀਂ ਵਚਨ ਨੂੰ ਸੁਣ ਕੇ ਆਪਣੇ ਗਿਆਨ ਦੇ ਵਿੱਚ ਵਾਧਾ ਕਰਦੇ ਹਾਂ, ਅਸੀਂ ਪ੍ਰਾਰਥਨਾ ਕਰਕੇ ਆਪਣੇ ਗਿਆਨ 'ਚ ਵਾਧਾ ਕਰਦੇ ਹਾਂ, ਅਸੀਂ ਗਵਾਹੀਆਂ ਸੁਣ ਕੇ ਆਪਣੇ ਗਿਆਨ ਦੇ ਵਿੱਚ ਵਾਧਾ ਕਰਦੇ ਹਾਂ। ਅੱਗੇ ਸੁਣਨਾ ਬੜੇ ਧਿਆਨ ਦੇ ਨਾਲ। ਕਹਿੰਦਾ ਸਗੋਂ ਮਸੀਹ ਯਿਸੂ ਆਪਣੇ ਪ੍ਰਭੂ ਦੇ ਗਿਆਨ ਦੀ ਉੱਤਮਤਾਈ ਦੇ ਕਾਰਨ ਸਾਰੀਆਂ ਗੱਲਾਂ ਨੂੰ ਮੈਂ ਹਾਨੀ ਦੀਆਂ ਹੀ ਸਮਝਦਾ ਆ ਅਤੇ ਉਹਦੀ ਖਾਤਰ ਮੈਂ ਇਹਨਾਂ ਸਭਨਾਂ ਗੱਲਾਂ ਦੀ ਹਾਨ ਝੱਲ ਲਈ ਆ। ਲਾਸ ਵੀ ਝੱਲਿਆ ਆ। ਕਹਿੰਦਾ ਮੈਂ ਐਵੇਂ ਨਹੀਂ ਕੋਈ ਮੇਰੇ ਤੇ ਰੁਮਾਲ ਲਗਾ ਕੇ ਕਿਸੇ ਬਿਮਾਰ ਤੇ ਲਾ ਦਿੰਦਾ ਉਹ ਚੰਗਾ ਹੋ ਜਾਂਦਾ, ਐਵੇਂ ਨਹੀਂ ਮੈਂ ਤੁਰਿਆ ਜਾਂਦਾ ਪਰਛਾਵਾਂ ਕਿਸੇ ਬਿਮਾਰ ਤੇ ਪੈ ਜਾਂਦਾ ਉਹ ਚੰਗਾ ਹੋ ਜਾਂਦਾ। ਕਹਿੰਦਾ ਮੈਂ ਬਹੁਤ ਹਾਨੀ ਝੱਲੀ, ਮੈਂ ਬਹੁਤ ਲਾਸ ਝੱਲਿਆ ਆ ਪ੍ਰਭੂ ਦੇ ਵਿੱਚ ਆ ਕੇ। ਕਿੱਥੇ ਕਿੱਡੇ ਵੱਡੇ ਅਹੁਦੇ ਦੇ ਉੱਤੇ ਸੀਗਾ, ਹਾਂ ਮਸੀਹ ਦੇ ਵਿੱਚ ਆ ਕੇ ਕਿੱਦਾਂ ਬਣ ਗਿਆ? ਡਰਨ ਵੀ ਲੱਗ ਗਿਆ, ਛਿਪਣ ਵੀ ਲੱਗ ਗਿਆ, ਬਚਨ ਵੀ ਲੱਗ ਗਿਆ। ਪਹਿਲਾਂ ਰੋਬ ਦੇ ਨਾਲ ਜਾਂਦਾ ਸੀਗਾ, ਜਿਹਨੂੰ ਕਹਿੰਦਾ ਸੀ ਮਾਰ ਦਿੰਦਾ। ਸਟੀਫਨਸ ਨੂੰ ਪੌਲੁਸ ਦੇ ਕਹਿਣ ਤੇ ਜਾਨੋਂ ਮਾਰਿਆ ਗਿਆ। ਸਟੀਫਨਸ ਨੂੰ, ਇਸਤੀਫਾਨ ਨੂੰ, ਜਿਹਨੂੰ ਆਪਾਂ ਪੰਜਾਬੀ ਦੀ ਬਾਈਬਲ 'ਚ ਪੜ੍ਹਦੇ ਇਸਤੀਫਾਨ ਆ, ਇੰਗਲਿਸ਼ ਦੀ ਬਾਈਬਲ 'ਚ ਸਟੀਫਨਸ ਆ। ਇਸਤੀਫਾਨ ਜਿਹੜਾ ਪੌਲੁਸ ਨੇ ਆਰਡਰ ਕੀਤੇ ਸੀਗੇ ਕਿ ਇਹ ਯਿਸੂ ਮਸੀਹ ਦਾ ਨਾਮ ਲੈਂਦਾ ਆ, ਇਹਨੂੰ ਮਾਰੋ। ਕਹਿੰਦਾ ਇਹਨੂੰ ਪੱਥਰਾਂ ਦੇ ਨਾਲ ਮਾਰ ਦੋ, ਜਾਨੋਂ ਮਾਰ ਦੋ। ਕਹਿੰਦਾ ਇਹਨੂੰ, ਇਹ ਯਿਸੂ ਦੀ ਮੁਨਾਦੀ ਕਰਦਾ ਆ। ਕਹਿੰਦਾ ਔਰ ਉੱਥੇ ਖੜੇ ਲੋਕਾਂ ਨੇ ਪੌਲੁਸ ਦੀ ਗਵਾਹੀ ਦੇ ਨਾਲ ਉਸ ਇਸਤੀਫਾਨ ਨੂੰ ਜਾਨੋਂ ਮਾਰ ਦਿੱਤਾ। ਹਾਲੇਲੂਇਆ। ਉਹ ਆਤਮਿਕ ਬੰਦਾ, ਖੁਦਾ ਬੰਦਾ, ਸੇਵਕ ਮਰਦੇ ਹੋਏ ਵੀ ਖੁੱਲੀਆਂ ਅੱਖਾਂ ਦੇ ਨਾਲ ਯਿਸੂ ਮਸੀਹ ਦੇ ਦਰਸ਼ਨ ਪਾ ਰਿਹਾ ਆ ਔਰ ਉਹਨੂੰ ਮਰਨ ਤੋਂ ਦੁੱਖ ਨਹੀਂ ਆ। ਕਹਿੰਦਾ ਮੈਂ ਖੁੱਲੀਆਂ ਅੱਖਾਂ ਦੇ ਨਾਲ ਆਪਣੇ ਸਿਰਜਣਹਾਰ ਨੂੰ ਦੇਖਦਾ ਪਿਆ। ਬੋਲੋ ਹਾਲੇਲੂਇਆ। ਹਾਲੇਲੂਇਆ। ਇਦਾਂ ਹੀ ਦੇਖਦੇ ਉਹਨੇ ਪ੍ਰਾਣ ਤਿਆਗ ਦਿੱਤੇ। ਬੋਲੋ ਹਾਲੇਲੂਇਆ। ਹਾਲੇਲੂਇਆ। ਔਰ ਲਿਖਿਆ ਕਹਿੰਦਾ ਵਚਨ ਦੇ ਗਿਆਨ ਦੀ, ਪ੍ਰਭੂ ਦੇ ਗਿਆਨ ਦੀ ਉੱਤਮਤਾਈ ਦੇ ਕਾਰਨ ਸਾਰੀਆਂ ਗੱਲਾਂ ਨੂੰ ਮੈਂ ਕਹਿੰਦਾ ਹਾਨ ਦੀਆਂ ਸਮਝਦਾ ਆ ਅਤੇ ਉਹਦੀ ਖਾਤਰ ਮੈਂ ਇਹਨਾਂ ਸਭਨਾਂ ਗੱਲਾਂ ਦੀ ਹਾਨ ਝੱਲੀ ਆ। ਭਈ ਉਹਨਾਂ ਨੂੰ ਕੂੜਾ ਸਮਝਦਾ ਆ। ਕਹਿੰਦਾ ਸੰਸਾਰਿਕ ਜਿਹੜੀਆਂ ਗੱਲਾਂ, ਸਰੀਰਕ ਜਿਹੜੀਆਂ ਗੱਲਾਂ, ਮੈਂ ਕਹਿੰਦਾ ਇਹਨਾਂ ਨੂੰ ਕੂੜਾ ਸਮਝਦਾ। ਕਿ ਅੱਜ ਅਸੀਂ ਸਮਝਣ ਨੂੰ ਤਿਆਰ ਹਾਂ? ਕਿ ਅੱਜ ਅਸੀਂ ਸੰਸਾਰ ਦੇ ਉਸ ਸਰੀਰ ਦੀਆਂ ਗੱਲਾਂ ਨੂੰ ਕੂੜਾ ਸਮਝਣ ਦੇ ਲਈ ਤਿਆਰ ਹਾਂ? ਜੇ ਸਮਝਣ ਲਈ ਤਿਆਰ ਆ ਤਾਂ ਅਸੀਂ ਨਵੇਂ ਹੋਵਾਂਗੇ, ਤਾਂ ਅਸੀਂ ਨਵੇਂ ਹੋ ਸਕਦੇ ਹਾਂ।
ਤਾਂ ਸਾਡਾ ਜਿਹੜਾ ਬੈਨੀਫਿਟ ਆ ਨਵੇਂ ਸਾਲ ਦੇ ਵਿੱਚ ਐਂਟਰ ਕਰਨ ਦਾ। ਨਹੀਂ ਤਾਂ ਅਸੀਂ ਪੁਰਾਣੇ ਸੀਗੇ ਤੇ ਸਮਝ ਲਓ ਅਸੀਂ ਨਵੇਂ ਸਾਲ 'ਚ ਤਾਂ ਐਂਟਰ ਕਰ ਗਏ ਆ, ਪਰ ਉਹ ਪੁਰਾਣੀ ਇਨਸਾਨੀਅਤ ਦੇ ਨਾਲ ਹੀ। ਪਰ ਜੇ ਤੁਸੀਂ ਇਹਨਾਂ ਚੀਜ਼ਾਂ ਨੂੰ, ਮੋਬਾਈਲ ਟੈਕਨੋਲੋਜੀ ਨੂੰ, ਸੰਸਾਰ ਦੀ ਟੈਕਨੋਲੋਜੀ ਨੂੰ, ਸਰੀਰਕ ਅਭਿਲਾਸ਼ਾਵਾਂ ਨੂੰ, ਸੰਸਾਰ ਦੀਆਂ ਅਭਿਲਾਸ਼ਾਵਾਂ ਨੂੰ ਅਗਰ ਤੁਸੀਂ ਕੂੜਾ ਕਰਕਟ ਸਮਝਦੇ ਆ, ਤਾਂ ਤੁਸੀਂ ਨਵੇਂ ਹੋ ਕੇ ਅਗਲੇ ਸਾਲ ਦੇ ਵਿੱਚ ਐਂਟਰ ਕਰ ਪਾਓਗੇ। ਬੋਲੋ ਹਾਲੇਲੂਇਆ। ਹਾਲੇਲੂਇਆ। ਇਹ ਕਿਉਂ ਕਹਿੰਦਾ ਕਿ ਮੈਂ ਹਾਨੀ ਦੀਆਂ ਸਮਝਦਾ, ਕਿਉਂ ਮੈਂ ਇਹਨਾਂ ਨੂੰ ਕੂੜਾ ਕਰਕਟ ਸਮਝਦਾ? ਕਹਿੰਦਾ ਭਈ ਮੈਂ ਮਸੀਹ ਨੂੰ ਕੀ ਕਰ ਲਵਾਂ, ਕੀ ਕਰ ਲਵਾਂ, ਪ੍ਰਾਪਤ ਕਰ ਲਵਾਂ। ਪੰਜਾਬੀ ਦੀ ਬਾਈਬਲ ਲਿਖਿਆ ਖੱਟ ਲਵਾਂ। ਕਹਿੰਦਾ ਮੈਂ ਤਾਂ ਇਹਨਾਂ ਨੂੰ ਰੱਦ ਕਰ ਦਿੱਤਾ, ਸੰਸਾਰਕ ਵਸਤੂਆਂ ਨੂੰ ਤਾਂ ਮੈਂ ਕਹਿੰਦਾ ਰੱਦ ਕਰ ਦਿੱਤਾ, ਤਾਂ ਜੋ ਮੈਂ ਆਪਣੇ ਪ੍ਰਭੂ ਨੂੰ ਕੀ ਕਰ ਲਵਾਂ, ਖੱਟ ਲਵਾਂ, ਪ੍ਰਾਪਤ ਕਰ ਲਵਾਂ, ਗ੍ਰਹਿਣ ਕਰ ਲਵਾਂ, ਹਾਸਲ ਕਰ ਲਵਾਂ, ਰਿਸੀਵ ਕਰ ਲਵਾਂ। ਨਵੇਂ ਸਾਲ ਦੇ ਵਿੱਚ ਇਦਾਂ ਅਸੀਂ ਕਰਨਾ। ਬੋਲੋ ਆਮੀਨ। ਆਮੀਨ। ਹਾਲੇਲੂਇਆ। ਹਾਲੇਲੂਇਆ। ਅਸੀਂ ਸਾਰੀਆਂ ਗੱਲਾਂ ਜਿਹੜੀਆਂ ਸਾਨੂੰ ਲੱਗਦੀਆਂ ਆ, ਸੰਸਾਰਕ ਟੈਕਨੋਲੋਜੀ ਜਾਂ ਜੋ ਵੀ ਸੰਸਾਰ ਦੀਆਂ ਗੱਲਾਂ, ਇਹ ਸਾਡੇ ਲਈ ਕੂੜਾ ਕਰਕਟ ਹੋਣੇ ਚਾਹੀਦੀਆਂ। ਇਹਨੂੰ ਇਸਤੇਮਾਲ ਕਰੋ ਆਪਣੇ ਹਿਸਾਬ ਦੇ ਨਾਲ, ਨਾ ਕਿ ਮੋਬਾਈਲ ਤੁਹਾਨੂੰ ਯੂਜ਼ ਕਰੇ। ਤੁਸੀਂ ਮੋਬਾਈਲ ਨੂੰ ਯੂਜ਼ ਕਰਨਾ, ਨਾ ਕਿ ਮੋਬਾਈਲ ਤੁਹਾਨੂੰ ਯੂਜ਼ ਕਰੇ। ਜਿਸ ਦਿਨ ਮੋਬਾਈਲ ਤੁਹਾਨੂੰ ਯੂਜ਼ ਕਰਨ ਲੱਗ ਗਿਆ, ਇਹਨੇ ਤੁਹਾਨੂੰ ਪੁਰਾਣਾ ਕਰ ਦੇਣਾ ਫਿਰ ਤੋਂ, ਕਿਉਂਕਿ ਪੁਰਾਣੀ ਇਨਸਾਨੀਅਤ ਫਿਰ ਤੋਂ ਤੁਹਾਡੇ ਅੰਦਰ ਆ ਜਾਣੀ ਹੈ। ਤੁਸੀਂ ਨਵੇਂ ਹੋਣਾ ਹੁਣ ਨਵੇਂ ਸਾਲ ਦੇ ਵਿੱਚ, ਔਰ ਇਹਨੂੰ ਆਪਣੇ ਹਿਸਾਬ ਦੇ ਨਾਲ ਯੂਜ਼ ਕਰਨਾ। ਜਿੰਨਾ ਤੁਸੀਂ ਇਹਨੂੰ ਸਮਾਂ ਦੇਣਾ ਉਨਾ ਹੀ ਦਿਓ। ਕਈ ਤਾਂ ਬਸ ਲੱਗ ਜਾਂਦੇ ਗੂਠਾ ਤਾਂ ਨੂੰ ਕਰਨ, ਹਟਦੇ ਨਹੀਂ ਆ ਫਿਰ ਘੰਟਾ ਘੰਟਾ 2-2 ਘੰਟੇ। ਇਹ ਮਾੜੀ ਗੱਲ ਹੈ, ਇਹ ਮਾੜੀ ਗੱਲ ਹੈ। ਇਹਨੇ ਤੁਹਾਨੂੰ ਨਵਾਂ ਨਹੀਂ ਹੋਣ ਦੇਣਾ, ਇਹਨੇ ਤੁਹਾਨੂੰ ਫਿਰ ਤੋਂ ਜ਼ੀਰੋ ਕਰ ਦੇਣਾ। ਅਸੀਂ ਕੁਝ ਹਾਸਲ ਕਰਨਾ ਹੈ, ਫਿਰ ਅਸੀਂ ਨਵੇਂ ਹੋ ਸਕਦੇ ਹਾਂ। ਔਰ ਜਿਸ ਦਿਨ ਤੁਹਾਡੇ ਦਿਮਾਗ ਦੇ ਵਿੱਚ ਇਹ ਗੱਲ ਆ ਗਈ, ਤੁਹਾਡੇ ਦਿਲ ਦੇ ਵਿੱਚ ਇਹ ਗੱਲ ਆ ਗਈ, ਤੁਸੀਂ ਫਿਰ ਤਰੱਕੀ ਕਰਦੇ ਜਾਓਗੇ। ਬੋਲੋ ਆਮੀਨ। ਆਮੀਨ। ਹਾਲੇਲੂਇਆ। ਹਾਲੇਲੂਇਆ। ਕਹਿੰਦਾ ਤੁਹਾਨੂੰ ਨਵਾਂ ਦਿਲ ਤੇ ਸਥਿਰਤਾ ਦਾ ਆਤਮਾ ਕਹਿੰਦਾ ਮੈਂ ਤੁਹਾਨੂੰ ਦਵਾਂਗਾ। ਨਵੇਂ ਸਾਲ ਦੇ ਵਿੱਚ ਅਸੀਂ ਉਹ ਹਾਸਲ ਕਰਨਾ ਖੁਦਾ ਦੇ ਕੋਲ। ਔਰ ਉਹ ਹੁਕਮ ਹਾਰਿਆ ਤੇ ਅਸੀਂ ਮਿੱਟੀਆਂ, ਅਸੀਂ ਆਪਣੇ ਆਪ ਨੂੰ ਖੁਦਾ ਦੇ ਹੱਥਾਂ ਦੇ ਵਿੱਚ ਦੇਣਾ ਹੈ। ਅੱਜ ਜਿਹੜੇ ਪਾਪ, ਜਿਹੜੀਆਂ ਗਲਤੀਆਂ, ਜਿਹੜੇ ਆਦਤਾਂ ਬੁਰੀਆਂ ਸਾਡੇ ਕੋਲ ਛੱਡ ਨਹੀਂ ਹੁੰਦੀਆਂ, ਪਰ ਅਸੀਂ ਛੱਡਣੀਆਂ ਚਾਹੁੰਦੇ ਆ, ਅੱਜ ਖੁਦਾਵੰਦ ਦੇ ਹੱਥਾਂ ਦੇ ਵਿੱਚ ਉਹ ਦੇਣਾ। ਆਪਣਾ ਜੀਵਨ ਖੁਦਾ ਦੇ ਹੱਥਾਂ ਦੇ ਵਿੱਚ ਦੇਣਾ, ਉਹ ਤੁਹਾਨੂੰ ਅੱਜ ਨਵਾਂ ਬਣਾਏਗਾ। ਬੋਲੋ ਹਾਲੇਲੂਇਆ। ਹਾਲੇਲੂਇਆ। ਆਈਏ ਆਪਣੀਆਂ ਅੱਖਾਂ ਨੂੰ ਬੰਦ ਕਰੀਏ। ਅੱਜ ਦੇ ਵਚਨ ਦੇ ਲਈ ਜੋ ਤੁਸੀਂ ਗ੍ਰਹਿਣ ਕੀਤਾ ਆ, ਖੁਦਾਵੰਦ ਦਾ ਧੰਨਵਾਦ ਕਰਨਾ ਸ਼ੁਰੂ ਕਰੀਏ।